चलिए मेरे नाल ਅਸੀਂ ਕੱਲ पहुंच गए ਸੀਗੇ ਉਤਪਤ ਦੇ 25ਵੇਂ ਭਾਗ ਦੇ ਵਿੱਚ ਔਰ ईयर ਸੀਗਾ बेसिकली ਅਸੀਂ 1808 ਦੇ ਨੇੜੇ ਤੇੜੇ ਪਹੁੰਚ ਚੁੱਕੇ ਹਾਂ। ਸੋ ਹੁਣ 3-4 ਚੀਜ਼ਾਂ ਇੱਥੇ ਲਿਖਣੀਆਂ ਪੈਣੀਆਂ, ਜਾਂ ਤੁਸੀਂ ਕਿਸੇ ਪੇਪਰ ਦੇ ਉੱਤੇ ਲਿਖ ਲਓ ਜਾਂ ਇੱਥੇ ਲਿਖ ਲਓ। ਇੱਥੇ ਇੰਨਾ ਰੂਮ ਹੈ ਨਹੀਂਗਾ। 1792 ਦੇ ਵਿੱਚ ਜਿਸ ਵੇਲੇ ਉਹਨਾਂ ਬੱਚਿਆਂ ਦੇ ਜਨਮ ਤੋਂ ਬਾਅਦ ਜੋ 1808 ਦੇ ਵਿੱਚ ਪੈਦਾ ਹੋਏ, 1792 ਦੇ ਵਿੱਚ ਅਬਰਾਹਮ ਦੀ ਮੌਤ ਇੱਥੇ ਹੋਈ ਹੈ। ਉਸ ਤੋਂ ਬਾਅਦ ਉਹਨਾਂ ਦਾ ਸਿਰਫ ਇੱਕ ਬਜ਼ੁਰਗਾ ਜਿਉਂਦਾ ਸੀ। ਅਗਰ ਅਸੀਂ 11ਵੇਂ ਭਾਗ ਦੀ 17ਵੀਂ ਆਇਤ ਦੇ ਵਿੱਚ ਜਾਈਏ ਤੇ ਉੱਥੇ ਸਾਨੂੰ ਇੱਕ ਬਜ਼ੁਰਗੇ ਦੇ ਬਾਰੇ ਦੱਸਿਆ ਜਿਸ ਦਾ ਨਾਂ ਏਬਰ ਸੀ। 11ਵਾਂ ਭਾਗ ਔਰ ਉਸਦੀ 16 ਆਇਤ। ਏਬਰ ਦੀ ਉਮਰ 34 ਸਾਲਾਂ ਦੀ ਸੀ ਜਦੋਂ ਉਸਦੇ ਘਰ ਪਲਗ ਨੇ ਜਨਮ ਲਿਆ। ਪਲਗ ਦੇ ਜਨਮ ਤੋਂ ਬਾਅਦ ਏਬਰ 430 ਸਾਲਾਂ ਤੱਕ ਜਿਉਂਦਾ ਰਿਹਾ ਅਤੇ ਉਸਦੇ ਹੋਰ ਵੀ ਧੀਆਂ ਪੁੱਤਰ ਸੀ। ਸੋ ਮਸੀਹ ਦੇ ਆਉਣ ਤੋਂ 8788 ਸਾਲ ਪਹਿਲਾਂ ਏਬਰ ਦੀ ਮੌਤ ਹੋਈ ਹੈ। ਇਹੋ ਇੱਕ ਬਜ਼ੁਰਗਾ ਪੁਰਾਣਿਆਂ ਬਜ਼ੁਰਗਾਂ ਦੇ ਵਿੱਚੋਂ ਰਹਿ ਗਿਆ ਸੀ ਔਰ ਇਹ ਬਜ਼ੁਰਗਾ ਵੀ ਇਹਨਾਂ ਦਾ ਚਲਾ ਗਿਆ। ਔਰ ਇਸ ਜਿੰਨਾ ਮਨ ਕਿਸੇ ਦਾ ਵੀ ਨਹੀਂ ਦੁਖੀ ਹੋਣਾ, ਕਿਉਂਕਿ ਇਸ ਦਾ ਬੇਟਾ ਪਲਗ ਵੀ ਜਾ ਚੁੱਕਾ, ਰਹੂ ਵੀ ਜਾ ਚੁੱਕਾ ਔਰ ਉਸ ਤੋਂ ਬਾਅਦ ਸੁਰਗ ਵੀ ਜਾ ਚੁੱਕਾ ਔਰ ਨਾਹੌਰ ਵੀ ਜਾ ਚੁੱਕਾ, ਤਾਰਾ ਵੀ ਜਾ ਚੁੱਕਾ ਔਰ ਹੁਣ ਅਬਰਾਹਮ ਵੀ ਜਾ ਚੁੱਕਾ। ਸੋ ਜਿੰਨੇ ਲਾਈਨ ਦੇ ਵਿੱਚ ਪੋਤੇ ਪੋਤੀਆਂ ਸੀਗੇ ਜਿਨ੍ਹਾਂ ਦੇ ਕੋਲ ਪ੍ਰਭੂ ਦੀ ਬਰਕਤ ਸੀ ਔਰ ਜਿਨ੍ਹਾਂ ਦੇ ਬਾਰੇ ਅਸੀਂ ਦੇਖ ਸਕਦੇ ਹਾਂ, ਉਹਦੇ ਹੋਰ ਵੀ ਧੀਆਂ ਪੁੱਤਰ ਸਨ, ਉਹਨਾਂ ਦੇ ਬਾਰੇ ਤਾਂ ਅਸੀਂ ਨਹੀਂ ਦੇਖ ਸਕਦੇ, ਪਰ ਜਿੰਨਾ ਸਾਨੂੰ ਪ੍ਰਭੂ ਵਚਨ ਦੇ ਵਿੱਚੋਂ ਦਿਖਾਉਂਦਾ ਪਿਆ ਇਹ ਸਾਰੇ ਜਾ ਚੁੱਕੇ ਆ। ਔਰ ਹੁਣ 1788 ਦੇ ਵਿੱਚ ਆ ਕੇ ਮਸੀਹ ਦੇ ਆਉਣ ਤੋਂ ਪਹਿਲਾਂ ਉਸਦੀ ਮੌਤ ਹੋਈ। ਔਰ ਇੱਥੇ ਇਸ ਤੋਂ ਪਹਿਲਾਂ ਕਿ ਅਸੀਂ ਉਸਦਾ ਫਸਟ ਰਾਈਟ ਪੜ੍ਹੀਏ, ਜਿੱਥੇ ਅਸੀਂ ਪਹੁੰਚ ਚੁੱਕੇ ਹਾਂ ਹੁਣ, ਜਿੱਥੇ ਜਾ ਕੇ ਉਸਨੇ ਆਪਣਾ ਜਿਹੜਾ ਜਨਮ ਦਾ ਰਾਈਟ ਵੇਚਣਾ ਹੈਗਾ, ਅਸੀਂ ਇੱਥੇ ਆ ਗਏ ਹਾਂ ਔਰ ਇਹ ਹੈ 1782। 1782 ਸਾਲ ਪਹਿਲਾਂ, ਅੱਜ ਮਸੀਹ ਦੇ ਜਨਮ ਹੋਣ ਤੋਂ ਪਹਿਲਾਂ, ਈਸੋ ਨੇ ਆਪਣਾ ਜਿਹੜਾ ਜਨਮ ਜੇਠੇ ਹੋਣ ਦਾ ਹੱਕ ਸੀ ਉਹ ਦਾਲ ਦੀ ਕੌਲੀ ਦੇ ਲਈ ਵੇਚ ਦਿੱਤਾ ਸੀ। ਸੋ ਆਓ ਹੁਣ ਅਸੀਂ ਇਸ ਹਿੱਸੇ ਨੂੰ ਪੜ੍ਹੀਏ। 27 ਤੋਂ ਲੈ ਕੇ ਕੋਈ ਜਾਣਾ ਇਸਨੂੰ ਅਖੀਰ ਤੱਕ ਪੜ੍ਹ ਰਿਹਾ। ਮੈਂ ਪੜ੍ਹ ਦੇਣਾ ਪਾਸ਼ਾ ਜੀ। ਪੇਜ ਹੈਗਾ 34। ਈਸਾਓ ਦਾ ਆਪਣੇ ਜੇਠੇ ਹੋਣ ਦੇ ਹੱਕ ਨੂੰ ਵੇਚਣਾ। ਜਦੋਂ ਦੋਵੇਂ ਮੁੰਡੇ ਵੱਡੇ ਹੋਏ ਤਾਂ ਵੱਡਾ ਈਸਾਓ ਇੱਕ ਚੰਗਾ ਸ਼ਿਕਾਰੀ ਬਣਿਆ ਜੋ ਹਮੇਸ਼ਾ ਖੁੱਲ੍ਹੇ ਖੇਤਾਂ ਵਿੱਚ ਰਹਿੰਦਾ ਸੀ, ਪਰ ਯਾਕੂਬ ਸ਼ਾਂਤ ਸੁਭਾਅ ਦਾ ਸੀ ਅਤੇ ਉਹ ਆਮ ਕਰਕੇ ਘਰ ਰਹਿੰਦਾ ਸੀ। ਇਸਹਾਕ ਈਸਾਓ ਨੂੰ ਪਿਆਰ ਕਰਦਾ ਸੀ ਕਿਉਂਕਿ ਉਸਨੂੰ ਉਸਦਾ ਸ਼ਿਕਾਰ ਪਸੰਦ ਸੀ, ਪਰ ਰਬੈਕਾ ਯਾਕੂਬ ਨੂੰ ਪਿਆਰ ਕਰਦੀ ਸੀ। ਇੱਕ ਦਿਨ ਯਾਕੂਬ ਲਾਲ ਮਸਰ ਦੀ ਦਾਲ ਬਣਾ ਰਿਹਾ ਸੀ ਕਿ ਉਸੇ ਸਮੇਂ ਈਸਾਓ ਬਾਹਰੋਂ ਘਰ ਆਇਆ। ਉਸਨੂੰ ਭੁੱਖ ਲੱਗੀ ਹੋਈ ਸੀ। ਈਸਾਓ ਨੇ ਯਾਕੂਬ ਨੂੰ ਕਿਹਾ, ਮੈਨੂੰ ਥੋੜ੍ਹੀ ਦਾਲ ਦੇ ਕਿਉਂਕਿ ਮੈਨੂੰ ਭੁੱਖ ਲੱਗੀ ਹੈ। ਉਸਦਾ ਨਾਂ ਇਸੇ ਕਾਰਨ ਆਦੋਮ ਪੈ ਗਿਆ। ਯਾਕੂਬ ਨੇ ਈਸਾਓ ਨੂੰ ਕਿਹਾ, ਇਸ ਦੇ ਬਦਲੇ ਤੂੰ ਆਪਣਾ ਜੇਠੇ ਹੋਣ ਦਾ ਹੱਕ ਮੇਰੇ ਕੋਲ ਵੇਚ ਦੇ। ਈਸਾਓ ਨੇ ਉੱਤਰ ਦਿੱਤਾ, ਮੈਂ ਭੁੱਖਾ ਮਰ ਜਾਵਾਂਗਾ, ਇਸ ਲਈ ਮੇਰੇ ਜੇਠੇ ਹੋਣ ਨਾਲ ਮੈਨੂੰ ਕੀ ਮਿਲੇਗਾ। ਯਾਕੂਬ ਨੇ ਕਿਹਾ, ਤੂੰ ਇਸ ਬਾਰੇ ਸਹੁੰ ਚੁੱਕ ਅਤੇ ਕਹਿ ਕਿ ਮੈਂ ਤੈਨੂੰ ਆਪਣਾ ਜੇਠੇ ਹੋਣ ਦਾ ਅਧਿਕਾਰ ਦਿੰਦਾ ਹਾਂ। ਈਸਾਓ ਨੇ ਇਸ ਬਾਰੇ ਸਹੁੰ ਚੁੱਕੀ ਅਤੇ ਯਾਕੂਬ ਕੋਲ ਰੋਟੀ ਦੇ ਲਈ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ। ਫਿਰ ਯਾਕੂਬ ਨੇ ਉਸਨੂੰ ਕੁਝ ਰੋਟੀ ਅਤੇ ਦਾਲ ਦਿੱਤੀ ਜੋ ਈਸਾਓ ਨੇ ਖਾਧੀ ਪੀਤੀ ਅਤੇ ਉੱਥੋਂ ਚਲਾ ਗਿਆ। ਇਸ ਤਰ੍ਹਾਂ ਈਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਦਾ ਅਪਮਾਨ ਕੀਤਾ। ਸੋ ਜਿਹੜਾ ਸ਼ਬਦ ਆ ਉਹ ਹੈ ਅਪਮਾਨ। ਉਸਨੇ ਅਪਮਾਨ ਕੀਤਾ।
ਕਾਇਨ ਨੇ ਵੀ ਪ੍ਰਭੂ ਦਾ ਅਪਮਾਨ ਕੀਤਾ ਸੀ। ਔਰ ਇਸੇ ਤਰ੍ਹਾਂ ਇਸਨੇ ਵੀ, ਏਸਾਓ ਨੇ ਵੀ ਉਸਦਾ ਅਪਮਾਨ ਕੀਤਾ। ਔਰ ਇਸ ਦੇ ਕਾਰਨ ਉਸਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਵਿੱਚ ਕਿਹੜੀ ਬਰਕਤ ਛੁਪੀ ਹੋਆ ਔਰ ਕਿੱਡੀ ਵੱਡੀ ਬਰਕਤ ਛੁਪੀ ਹੋਆ। ਦੋਨੋਂ ਜਾਣੇ, ਇਹ ਦੋਨੋਂ ਅਬਰਾਹਮ ਦੀ ਗੋਦ ਦੇ ਵਿੱਚ ਖੇਲੇ ਹੋਆ। ਔਰ ਅਬਰਾਹਮ ਕੋਈ ਵੀ ਚੀਜ਼ ਮਿਸ ਕਰਨ ਵਾਲਾ ਨਹੀਂ ਜਿਹੜੀ ਉਸਨੇ ਇਹਨਾਂ ਨੂੰ ਨਾ ਦੱਸੀ ਹੋਏਗੀ। ਲੇਕਿਨ ਉਸਨੇ ਉਸ ਚੀਜ਼ ਦੀ ਕੋਈ ਕਦਰ ਨਹੀਂ ਕੀਤੀ। ਉਸਨੇ ਕਿਹਾ ਜੇ ਮੈਂ ਜੇਠੇ ਹੋਣ ਦਾ ਹੱਕ ਕੋਲ ਰੱਖ ਵੀ ਲਵਾਂ ਤੇ ਮੈਂ ਦਾਲ ਨਾ ਖਾਧੀ, ਮੈਂ ਮਰ ਗਿਆ ਤੇ ਉਹਦਾ ਮੈਨੂੰ ਕੀ ਫਾਇਦਾ। ਉਹਦੇ ਕੋਲ ਉਸਦੀ ਕਦਰ ਕੋਈ ਵੀ ਨਹੀਂ ਸੀ। ਟੂ ਬਿਗਿਨ ਵਿਦ ਉਹਦੇ ਕੋਲ ਕੋਈ ਕਦਰ ਉਹਦੀ ਨਹੀਂ ਸੀ। ਔਰ ਇਸ ਤਰ੍ਹਾਂ ਉਸਨੇ ਜੇਠੇ ਹੋਣ ਦੇ ਹੱਕ ਦੇ ਨਾਲ ਨਾਲ ਪ੍ਰਭੂ ਦਾ ਵੀ ਅਪਮਾਨ ਕੀਤਾ। ਪਰ ਇੱਕ ਮੁਸੀਬਤ ਜਿਹੜੀ ਇੱਥੇ ਬਹੁਤ ਵੱਡੀ ਆ ਉਹ ਇਹ ਆ ਕਿ ਉਸਦੇ ਬਾਪ ਨੂੰ ਖਾਣ ਪੀਣ ਦਾ ਬਹੁਤ ਸ਼ੌਕ। ਐਂਡ ਕਿਉਂਕਿ ਅਬਰਾਹਮ ਦੀ ਤਾਂ ਅਸੀਂ ਗੱਲ ਨਹੀਂ ਕਹਿ ਸਕਦੇ, ਲੇਕਿਨ ਜਿਸ ਲਈ ਅਸੀਂ ਸਾਰਾ ਦੀ ਗੱਲ ਕਰੀਏ ਤਾਂ ਉਸਦੇ ਲਈ ਤਾਂ ਸਾਰਾ ਕੁਛ ਇਸਹਾਕ ਹੀ ਸੀਗਾ। ਇਸਹਾਕ ਦੇ ਲਈ ਇਸ਼ਮਾਇਲ ਨੂੰ ਕੱਢਿਆ, ਇਸਹਾਕ ਦੇ ਲਈ ਉਸਨੇ ਸਾਰਾ ਕੁਛ ਕੀਤਾ। ਇਸਹਾਕ ਨੂੰ ਉਸਨੇ ਬਚਾ ਕੇ ਰੱਖਿਆ। ਸੋ ਇਸਹਾਕ ਬੇਸਿਕਲੀ ਜਿਹੜਾ ਸੀ ਉਹ ਮੰਮੀ ਬੋਏ ਸੀਗਾ। ਪਰ ਉਹਨੂੰ ਖਾਣ ਪੀਣ ਦਾ ਬੜਾ ਸ਼ੌਕ ਸੀ ਔਰ ਇਸ ਕਰਕੇ ਉਹ ਯਿਸੂ ਨੂੰ ਬਹੁਤ ਪਿਆਰ ਕਰਦਾ ਸੀ, ਕਿਉਂਕਿ ਉਹ ਸ਼ਿਕਾਰ ਖੇਲ ਕੇ ਲਿਆਉਂਦਾ ਸੀ, ਫਿਰ ਉਹਨੂੰ ਖਿਲਾਉਂਦਾ ਸੀ, ਤਕੜਾ ਸੀ, ਉਸਨੂੰ ਚੰਗਾ ਲੱਗਦਾ ਸੀ। ਸੋ ਉਹ ਇਹ ਸੋਚਦਾ ਸੀ ਕਿ ਇਹ ਹੈ ਜਿਹੜਾ ਸਾਡੀ ਟਰਾਈਬ ਨੂੰ, ਸਾਡਿਆਂ ਲੋਕਾਂ ਨੂੰ ਅੱਗੇ ਲੈ ਕੇ ਜਾਏਗਾ। ਇਹ ਹੈ ਜਿਸ ਨੂੰ ਪ੍ਰਭੂ ਨੇ ਚੁਣਿਆ। ਲੇਕਿਨ ਉਸ ਦੇ ਵਿੱਚ ਪ੍ਰਭੂ ਦੇ ਚੁਣਾਵ ਦੀ ਕੋਈ ਚੀਜ਼ ਉਸਨੇ ਬਾਕੀ ਦੀਆਂ ਚੀਜ਼ਾਂ ਨਹੀਂ ਦੇਖੀਆਂ। ਉਹ ਇਸ ਚੀਜ਼ ਨੂੰ ਭੁੱਲ ਗਿਆ ਕਿ ਜਿਹੜਾ ਇਸ਼ਮਾਇਲ ਸੀ ਉਹ ਵੀ ਤਾਂ ਚੰਗਾ ਸ਼ਿਕਾਰੀ ਸੀ। ਉਸਨੂੰ ਪ੍ਰਭੂ ਨੇ ਕਿਉਂ ਘੱਲ ਦਿੱਤਾ? ਸੋ ਇਹ ਸਾਰੀਆਂ ਚੀਜ਼ਾਂ ਉਸਨੇ ਨਹੀਂ ਦੇਖੀਆਂ। ਉਸਨੇ ਸਿਰਫ ਆਪਣੇ ਪੁੱਤਰ ਦਾ, ਉਸਦਾ ਦੇਖਿਆ ਕਿ ਇਹ ਤਕੜਾ ਆ, ਇਹ ਸ਼ਿਕਾਰੀ ਆ, ਇਹ ਟਰਾਈਬ ਨੂੰ ਸੰਭਾਲ ਸਕਦਾ। ਲੇਕਿਨ ਉਸਨੇ ਇਹ ਨਹੀਂ ਦੇਖਿਆ ਕਿ ਸਾਂਭ ਸੰਭਾਲ ਦਾ ਜਿਹੜਾ ਸਾਰੇ ਦਾ ਸਾਰਾ ਕੰਮ ਆ ਉਹ ਐਕਚੁਅਲੀ ਜੇਕਬ ਕਰਦਾ ਪਿਆ। ਇਹਨਾਂ ਚੀਜ਼ਾਂ ਨੂੰ ਉਸਨੇ ਨਹੀਂ ਦੇਖਿਆ। ਸੋ ਹੁਣ ਅਸੀਂ 26ਵੇਂ ਭਾਵ ਦੇ ਵਿੱਚ ਆ ਗਏ। 26ਵੇਂ ਭਾਵ ਦੇ ਵਿੱਚ ਉਹੀ ਸਾਰੀਆਂ ਮੁਸੀਬਤਾਂ ਜਿਹੜੀਆਂ ਉਹਨਾਂ ਨੂੰ ਫੇਸ ਕਰਨੀਆਂ ਪਈਆਂ। ਪਹਿਲਾਂ ਅਬਰਾਹਮ ਨੂੰ ਫੇਸ ਕਰਨੀਆਂ ਪਈਆਂ, ਹੁਣ ਉਹੀ ਇਸਹਾਕ ਨੂੰ ਫੇਸ ਕਰਨਾ ਪਈਆਂ। ਸੋ ਆਓ ਅਸੀਂ 26ਵਾਂ ਭਾਵ ਜਿਸ ਨੂੰ ਮਿਲ ਜਾਏ ਅਸੀਂ ਇਸ ਦੀ ਪਹਿਲੀ ਆਇਤ ਤੋਂ ਲੈ ਕੇ ਪੜਾਂਗੇ 18 ਆਇਤ ਤੱਕ। ਮੈਂ ਪੜ੍ਹਦਾ ਪਾਸਟਰ ਜੀ। ਹਾਂਜੀ। ਇਸਹਾਕ ਅਤੇ ਅਬੀਮਾਲਕ। ਅਬਰਾਹਮ ਦੇ ਸਮੇਂ ਦੇ ਅਕਾਲ ਦੇ ਪਿੱਛੋਂ ਇਸਹਾਕ ਦੇ ਸਮੇਂ ਵਿੱਚ ਇੱਕ ਵਾਰੀ ਫੇਰ ਅਕਾਲ ਪੈ ਗਿਆ। ਇਸ ਲਈ ਇਸਹਾਕ ਫਿਲਿਸਤੀਆਂ ਦੇ ਰਾਜਾ ਅਬੀਮਾਲਕ ਕੋਲ ਗਰਾਰ ਵਿੱਚ ਚਲਾ ਗਿਆ। ਪ੍ਰਭੂ ਨੇ ਇਸਹਾਕ ਨੂੰ ਦਰਸ਼ਨ ਦੇ ਕੇ ਕਿਹਾ, ਤੂੰ ਮਿਸਰ ਵਿੱਚ ਨਾ ਜਾ, ਸਗੋਂ ਉਸ ਧਰਤੀ ਤੇ ਰਹਿ ਜਿਸ ਬਾਰੇ ਮੈਂ ਤੈਨੂੰ ਦੱਸਾਂਗਾ। ਤੂੰ ਇੱਥੇ ਵਾਸ ਕਰ ਅਤੇ ਮੈਂ ਤੇਰੇ ਨਾਲ ਰਹਾਂਗਾ। ਮੈਂ ਤੈਨੂੰ ਸੀਸ ਦੇਵਾਂਗਾ। ਮੈਂ ਤੇਰੇ ਅਤੇ ਤੇਰੇ ਵੰਸ਼ ਨੂੰ ਇਹ ਧਰਤੀ ਦੇਵਾਂਗਾ। ਮੈਂ ਤੇਰੇ ਪਿਤਾ ਅਬਰਾਹਮ ਨਾਲ ਕੀਤੀ ਆਪਣੀ ਪ੍ਰਤਿਗਿਆ ਪੂਰੀ ਕਰਾਂਗਾ। ਮੈਂ ਤੇਰੀ ਸੰਤਾਨ ਨੂੰ ਆਕਾਸ਼ ਦੇ ਤਾਰਿਆਂ ਜਿੰਨਾ ਵਧਾਵਾਂਗਾ ਤੇ ਤੇਰੀ ਸੰਤਾਨ ਇਸ ਸਾਰੀ ਧਰਤੀ ਦੀ ਵਾਰਿਸ ਹੋਵੇਗੀ।
तेरे वंश के द्वारा धरती ਦੀਆਂ सब कौमां ਸੀਸ प्राप्त ਕਰਨਗੀਆਂ। ਇਹ सब मैं अब्राहम के कारण करांगा, क्योंकि उसने मेरी आवाज सुनी ते मेरे आदेश, हुक्मां, विधियां ਅਤੇ व्यवस्था ਦੀ ਪਾਲਣਾ ਕੀਤੀ ਸੀ। ਸੋ ਇਸਹਾਕ ਗਰਾਰ ਵਿੱਚ ਹੀ ਰਿਹਾ। ਉੱਥੋਂ ਦੇ ਲੋਕਾਂ ਨੇ ਉਸ ਤੋਂ ਰਿਬਕਾ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਉਹ ਮੇਰੀ ਭੈਣ ਹੈ। ਉਸਨੇ ਸੋਚਿਆ ਕਿ ਜੇਕਰ ਉਹ ਕਹੇਗਾ ਉਹ ਮੇਰੀ ਪਤਨੀ ਹੈ ਤਾਂ ਉੱਥੋਂ ਦੇ ਲੋਕ ਰਿਬਕਾ ਦੇ ਕਾਰਨ ਉਸਨੂੰ ਮਾਰ ਦੇਣਗੇ, ਕਿਉਂਕਿ ਉਹ ਬਹੁਤ ਸੁੰਦਰ ਸੀ। ਇਸਹਾਕ ਨੂੰ ਗਰਾਰ ਵਿੱਚ ਰਹਿੰਦਿਆਂ ਕਾਫੀ ਦਿਨ ਹੋ ਗਏ ਸਨ। ਇੱਕ ਦਿਨ ਫਿਲਿਸਤੀ ਰਾਜਾ ਨੇ ਖਿੜਕੀ ਵਿੱਚੋਂ ਦੀ ਦੇਖਿਆ ਕਿ ਇਸਹਾਕ ਰਿਬਕਾ ਨਾਲ ਪਿਆਰ ਕਰ ਰਿਹਾ ਹੈ। ਤਦ ਅਬੀਮਾਲਕ ਨੇ ਇਸਹਾਕ ਨੂੰ ਕਿਹਾ, ਰਿਬਕਾ ਤੇਰੀ ਪਤਨੀ ਹੈ? ਭੈਣ ਨਹੀਂ, ਤੂੰ ਝੂਠ ਕਿਉਂ ਬੋਲਿਆ? ਇਸਹਾਕ ਨੇ ਉੱਤਰ ਦਿੱਤਾ, ਮੈਂ ਡਰ ਗਿਆ ਸਾਂ। ਮੈਂ ਸੋਚਿਆ ਕਿ ਜੇਕਰ ਮੈਂ ਕਿਹਾ ਉਹ ਮੇਰੀ ਪਤਨੀ ਹੈ ਤਾਂ ਲੋਕ ਮੈਨੂੰ ਉਸਦੇ ਕਾਰਨ ਮਾਰ ਦੇਣਗੇ। ਅਬੀਮਾਲਕ ਨੇ ਕਿਹਾ, ਤੂੰ ਇਹ ਕੀ ਕੀਤਾ? ਮੇਰਾ ਕੋਈ ਆਦਮੀ ਤੇਰੀ ਪਤਨੀ ਨਾਲ ਸੰਗ ਕਰ ਸਕਦਾ ਸੀ ਤੇ ਇਸ ਕਾਰਨ ਸਾਡੇ ਸਿਰ ਇੱਕ ਪਾਪ ਚੜ ਜਾਂਦਾ। ਅਬੀਮਾਲਕ ਨੇ ਆਪਣੇ ਲੋਕਾਂ ਨੂੰ ਇਹ ਚੇਤਾਵਨੀ ਦਿੱਤੀ, ਜੋ ਕੋਈ ਮਨੁੱਖ ਵੀ ਇਸ ਮਨੁੱਖ ਜਾਂ ਇਸ ਦੀ ਪਤਨੀ ਨਾਲ ਕੋਈ ਭੈੜ ਕਰੇਗਾ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਸਹਾਕ ਨੇ ਉੱਥੇ ਖੇਤ ਬੀਜੇ ਤੇ ਉਸ ਦੀ ਫਸਲ ਕਈ ਗੁਣਾ ਚੰਗੀ ਨਿਕਲੀ। ਪ੍ਰਭੂ ਨੇ ਉਸ ਨੂੰ ਅਸੀਸ ਦਿੱਤੀ ਸੀ। ਉਸ ਕੋਲ ਉੱਥੇ ਇੰਨਾ ਮਾਲ ਧਨ ਹੋ ਗਿਆ ਸੀ ਕਿ ਉਹ ਇੱਕ ਤਕੜਾ ਧਨੀ ਬਣ ਗਿਆ। ਉਸ ਦੀਆਂ ਭੇਡਾਂ ਤੇ ਪਸ਼ੂ ਬਹੁਤ ਸਨ। ਉਸ ਦਾ ਟੱਬਰ ਵੀ ਬਹੁਤ ਵੱਧ ਗਿਆ ਸੀ। ਇਸ ਕਾਰਨ ਫਿਲਿਸਤੀ ਉਸ ਨਾਲ ਈਰਖਾ ਖਾਣ ਲੱਗੇ। ਫਿਲਿਸਤੀਆਂ ਨੇ ਇਸਹਾਕ ਦੇ ਸਾਰੇ ਖੂਹ ਮਿੱਟੀ ਨਾਲ ਭਰ ਦਿੱਤੇ, ਜੋ ਉਸਦੇ ਪਿਤਾ ਅਬਰਾਹਮ ਦੇ ਨੌਕਰਾਂ ਨੇ ਉਸਦੇ ਜਿਉਂਦੇ ਹੁੰਦਿਆਂ ਪੁੱਟੇ ਸਨ। ਅਬੀਮਾਲਕ ਰਾਜਾ ਨੇ ਇਸਹਾਕ ਨੂੰ ਕਿਹਾ, ਤੂੰ ਹੁਣ ਇੱਥੋਂ ਚਲਾ ਜਾ, ਕਿਉਂਕਿ ਤੂੰ ਸਾਡੇ ਨਾਲੋਂ ਅਧਿਕ ਮਾਲਦਾਰ ਹੋ ਗਿਆ ਹੈ। ਇਸ ਲਈ ਇਸਹਾਕ ਉੱਥੋਂ ਚਲਾ ਗਿਆ ਤੇ ਉਸਨੇ ਆਪਣੇ ਡੇਰੇ ਗਰਾਰ ਦੀ ਵਾਦੀ ਵਿੱਚ ਜਾ ਲਾਏ, ਜਿੱਥੇ ਉਹ ਕੁਝ ਸਮੇਂ ਦੇ ਲਈ ਵਸ ਗਿਆ। ਇਸਹਾਕ ਨੇ ਉੱਥੇ ਉਹ ਖੂਹ ਫਿਰ ਪੁੱਟੇ ਜੋ ਉਸਦੇ ਪਿਤਾ ਅਬਰਾਹਮ ਨੇ ਪਟਵਾਏ ਸਨ, ਪਰ ਫਿਲਿਸਤੀਆਂ ਨੇ ਉਸਨੂੰ ਰੋਕ ਦਿੱਤਾ ਸੀ। ਉਸਨੇ ਉਹਨਾਂ ਖੂਹਾਂ ਦੇ ਨਾਂ ਆਪਣੇ ਪਿਤਾ ਵਾਲੇ ਹੀ ਰੱਖੇ। ਆਮੀਨ। ਸੋ ਜਿਸ ਲਈ ਹੁਣ ਅਸੀਂ ਇਸ ਪ੍ਰਭੂ ਦੇ ਵਚਨ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਉਹੀ ਇੱਕ ਤਰ੍ਹਾਂ ਦਾ ਮੁੜ ਕੇ ਅਸੀਂ ਦੇਖਦੇ ਪਏ ਹਾਂ ਕਿ ਜਿਹੜਾ ਅਕਾਲ ਆ ਉਹ ਮੁੜ ਕੇ ਪੈ ਗਿਆ। ਅਕਾਲ ਪੈਣ ਦੇ ਨਾਲ ਉਸਨੂੰ ਫਿਰ ਮੁਸੀਬਤ ਆਈ ਕਿ ਹੁਣ ਉਹ ਕਿੱਥੇ ਨੂੰ ਜਾ, ਔਰ ਉਸਨੇ ਮੁੜ ਕੇ ਉਸੇ ਰਾਜਾ ਦੇ ਜੋ ਫਿਲਿਸਤੀਆਂ ਦਾ ਰਾਜਾ ਆ ਅਸੀਂ ਜਿਹੜਾ ਦੇਖਿਆ ਸੀ ਕਿ ਜੋ ਜੈਫਤ ਦੇ ਖਾਨਦਾਨ ਦੇ ਵਿੱਚੋਂ ਜਿਹੜੇ ਰਾਜੇ ਆ ਨੋਹਾ ਦੇ ਤੀਸਰਾ ਪੁੱਤਰ ਜੈਫਤ, ਜੇ ਉਸਦੇ ਖਾਨਦਾਨ ਚ ਜਿਹੜੇ ਲੋਕ ਆ ਉਹ ਉੱਥੇ ਜਾ ਕੇ ਉਸਨੂੰ ਬਸਣਾ ਪਿਆ। ਔਰ ਜਿਸ ਲਈ ਉੱਥੇ ਦੇ ਲੋਕਾਂ ਨੇ ਉਸਨੂੰ ਕਿਹਾ ਵੀ ਇਹ ਔਰਤ ਕੌਣ ਆ, ਤੇ ਉਸਨੇ ਉਹੀ ਚੀਜ਼ ਕਹੀ ਜੋ ਪਹਿਲਾਂ ਸੀ ਕਿ ਇਹ ਮੇਰੀ ਭੈਣ ਆ। ਸੋ ਪਰ ਉਹ ਉੱਥੇ ਜਿਹੜਾ ਰਾਜਾ ਸੀ ਉਹ ਕੇਅਰਫੁਲ ਸੀ, ਔਰ ਉਸਨੇ ਦੇਖਿਆ ਕਿ ਨਹੀਂ ਇਸ ਦੀ ਭੈਣ ਨਹੀਂ, ਇਸ ਦੀ ਪਤਨੀ ਨਹੀਂ। ਤਾਂ ਉਸਨੇ ਫਿਰ ਉਸਨੂੰ ਆ ਕੇ ਕਿਹਾ, ਕਿਉਂਕਿ ਅਬਰਾਹਮ ਨੂੰ ਜਾਣਦਾ ਸੀ, ਤਾਂ ਉਸਨੇ ਕਿਹਾ ਤੂੰ ਬਹੁਤ ਗਲਤ ਕੀਤਾ। ਅਬੀਮਲਕ ਨੇ ਕਿਹਾ ਕਿ ਇਹ ਤੂੰ ਬਹੁਤ ਗਲਤ ਕੀਤਾ, ਪਰ ਅਬੀਮਲਕ ਨੇ ਉਹ ਗਲਤੀ ਨਹੀਂ ਕੀਤੀ ਜੋ ਅਬੀਮਲਕ ਨੇ ਪਹਿਲਾਂ ਕੀਤੀ ਸੀ। ਅਬੀਮਲਕ ਨੇ ਪਹਿਲਾਂ ਸਾਰਾ ਨੂੰ ਬੁਲਾ ਲਿਆ ਸੀ, ਪਰ ਇਸ ਵਾਰੀ ਉਸਨੇ ਇਹ ਗਲਤੀ ਨਹੀਂ ਕੀਤੀ। ਇਜ਼ਾਕ ਜਾ ਕੇ ਬਸਿਆ, ਉਹਨੇ ਗਲਤੀ ਇਹ ਨਹੀਂ ਕੀਤੀ। ਲੇਕਿਨ ਅਬੀਮਲਕ ਨੇ ਨੂੰ ਜਿਸ ਲਈ ਪਤਾ ਲੱਗਾ ਕਿ ਨਹੀਂ ਇਸ ਦੀ ਪਤਨੀ ਆ, ਤੇ ਫਿਰ ਆ ਕੇ ਉਸਨੇ ਉਸਨੂੰ ਝਾੜ ਪਾਈ। ਦੇਖ, ਅਸੀਂ ਜਾਣਦੇ ਹਾਂ ਪਰਮੇਸ਼ਵਰ ਤੇਰੇ ਨਾਲ, ਪਰ ਅਗਰ ਕੋਈ ਮੇਰਾ ਬੰਦਾ ਗਲਤ ਕੰਮ ਕਰ ਦਿੰਦਾ ਤੇ ਸਾਡੇ ਉੱਤੇ ਸਰਾਪ ਪੈਣਾ ਸੀ, ਪਰ ਤੂੰ ਇਹ ਨਹੀਂ ਕਰ ਸਕਦਾ ਸੀ, ਤੂੰ ਇਹ ਕਿਉਂ ਕੀਤਾ? ਸੋ ਉਸਨੇ ਉਹੀ ਆਪਣੇ ਬਾਪ ਵਾਲੀ ਲਾਈਨ ਦੁਹਰਾਈ ਕਿ ਜੇ ਮੈਂ ਇਹ ਕਹਿ ਦਿੰਦਾ ਕਿ ਮੇਰੀ ਪਤਨੀ ਹੈ ਤਾਂ ਤੇਰੇ ਕਿਸੇ ਨਾ ਕਿਸੇ ਬੰਦੇ ਨੇ ਮੈਨੂੰ ਮਾਰ ਦੇਣਾ ਸੀ, ਤੈਨੂੰ ਲੈ ਜਾਣਾ ਸੀ। which was very true in that, ਬਹੁਤ ਸੱਚਾਈ ਹੈ ਇਸ ਦੇ ਵਿੱਚ। ਲੇਕਿਨ ਪ੍ਰਭੂ ਤੇ ਭਰੋਸਾ ਕਰਨ ਦੀ ਨਾਲੋਂ ਉਸਨੇ ਆਪਣੇ ਡਰ ਤੇ ਭਰੋਸਾ ਕੀਤਾ, ਔਰ ਫਿਰ ਉਸਨੇ ਉਸਨੂੰ ਉੱਥੇ ਰਹਿ ਲੈਣ ਦਿੱਤਾ। ਜਿਸ ਲਈ ਉਸਨੇ ਉੱਥੇ ਰਹਿ ਲੈਣ ਦਿੱਤਾ ਤੇ ਪ੍ਰਭੂ ਨੇ ਉਸਨੂੰ ਬਹੁਤ ਬਰਕਤ ਦਿੱਤੀ। ਉਹਦੇ ਖੇਤਾਂ 'ਚ ਫਸਲ ਬਹੁਤ ਨਿਕਲੀ, ਉਹਦਾ ਪਸ਼ੂ ਵੱਧਦੇ ਗਏ, ਉਹ ਮਾਲਦਾਰ ਹੁੰਦਾ ਗਿਆ। ਤਾਂ ਇਸੇ ਤਰ੍ਹਾਂ ਉਹਦੀ ਟਰਾਈਬ ਵੀ ਜਿਹੜੀ ਵੱਧਦੀ ਗਈ, ਜਿਹੜੇ ਟਰਾਈਬ ਦੇ ਬੱਚੇ ਸੀਗੇ ਉਹ ਵਧਣੇ ਸ਼ੁਰੂ ਹੋ ਗਏ, ਉਹਨਾਂ ਦੇ ਵਿੱਚ ਵੀ ਗਿਣਤੀ ਵਧਣੀ ਸ਼ੁਰੂ ਹੋ ਗਈ, ਤਕੜਾ ਹੋ ਗਿਆ। ਉੱਥੋਂ ਫਿਲਿਸਤੀਆਂ ਨੇ ਉਸਦੇ ਨਾਲ ਖਾਰ ਖਾਣੀ ਸ਼ੁਰੂ ਕਰਕੇ ਕਿਹਾ ਕਿ ਭਾਈ ਤੂੰ ਇੱਥੋਂ ਚਲਾ ਜਾ।
तो इत्थों चला जा, ਉਹਦੇ ਖੂਹ ਭਰ ਦਿੱਤੇ ਪਾਣੀ ਦੇ, ਲੇਕਿਨ ਮਿੱਟੀ ਦੇ ਨਾਲ ਭਰ ਦਿੱਤੇ। ਲੇਕਿਨ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਉਹ ਮੁੜ ਕੇ ਫੇਰ ਜਾ ਕੇ ਉੱਥੋਂ ਉੱਠ ਕੇ ਜਾ ਕੇ ਗਰਾਰ ਦੇ ਇਲਾਕੇ ਦੇ ਵਿੱਚ ਉਹ ਜਾ ਕੇ ਫੇਰ ਵਸਿਆ। ਪਰ ਉਸਨੇ ਉਹੀ ਖੂਹ ਦੁਆਰਾ ਪੁੱਟੇ ਜੋ ਉਸਦੇ ਬਾਪ ਨੇ ਅਬਰਾਹਮ ਨੇ ਉੱਥੇ ਲਾਏ ਸੀ। ਔਰ ਹੁਣ ਅਸੀਂ ਇੱਥੇ ਦੇਖਾਂਗੇ ਕਿ ਬੇਸਿਕਲੀ ਉਹ ਇਸ ਬਾਦੀ ਦੇ ਵਿੱਚ ਅਗਲੇ 20 ਸਾਲ ਰਿਹਾ, 1777 ਤੋਂ ਲੈ ਕੇ 1757। ਹੁਣ ਉੱਥੋਂ ਉੱਠ ਕੇ ਅਬੀਮਲਕ ਦੇ ਇਲਾਕਾ ਉਹ ਵੀ ਅਬੀਮਲਕ ਦਾ ਹੀ ਹੈ, ਉਹਦੇ ਰਾਜ ਦੇ ਥੱਲੇ ਆਉਂਦਾ। ਲੇਕਿਨ ਉਹ ਉਸ ਇਲਾਕੇ ਦੇ ਵਿੱਚੋਂ ਉੱਠ ਕੇ ਚਲਾ ਗਿਆ ਜਿਸ ਇਲਾਕੇ ਦੇ ਵਿੱਚ ਉਹਨਾਂ ਨੇ ਜਿਹੜੇ ਉੱਥੇ ਦੇ ਲੋਕ ਸੀ ਉਸ ਨੂੰ ਤੰਗ ਕਰਦੇ ਸੀ। ਸੋ ਹੁਣ ਉਸਨੇ ਮੇਰੇ ਨਾਲ 19 ਆਇਤ ਤੋਂ ਕੋਈ ਜਾਣਾ ਇਸ ਨੂੰ 19 ਤੋਂ ਲੈ ਕੇ 25 ਤਾਈਂ ਕੋਈ ਜਾਣਾ ਪੜਦਾ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਜੀ। ਇਸਹਾਕ ਦੇ ਪਾਣੀਆਂ ਨੇ ਉਸ ਵਾਦੀ ਵਿੱਚ ਇੱਕ ਖੂਹ ਪੁੱਟਿਆ ਜਿਸ ਵਿੱਚ ਪਾਣੀ ਸਿਮਦਾ ਸੀ, ਪਰ ਗਰਾਰ ਦੇ ਪਾਣੀ ਉਹਨਾਂ ਨਾਲ ਝਗੜਾ ਕਰਨ ਲੱਗੇ ਅਤੇ ਕਹਿਣ ਲੱਗੇ, ਇਹ ਸਾਡਾ ਖੂਹ ਹੈ। ਇਸਹਾਕ ਨੇ ਉਸ ਖੂਹ ਦਾ ਨਾਂ ਝਗੜਾ ਰੱਖਿਆ ਕਿਉਂਕਿ ਉੱਥੇ ਝਗੜਾ ਹੋ ਗਿਆ ਸੀ। ਇਸਹਾਕ ਦੇ ਨੌਕਰਾਂ ਨੇ ਇੱਕ ਹੋਰ ਖੂਹ ਪੁੱਟਿਆ ਪਰ ਉੱਥੇ ਵੀ ਝਗੜਾ ਹੋ ਗਿਆ, ਇਸ ਲਈ ਉਸਨੇ ਉਸ ਦਾ ਨਾਮ ਬੈਰ ਰੱਖਿਆ। ਉਹ ਉੱਥੋਂ ਅੱਗੇ ਗਏ ਅਤੇ ਇੱਕ ਹੋਰ ਖੂਹ ਪੁੱਟਿਆ ਜਿਸ ਤੇ ਕੋਈ ਝਗੜਾ ਨਾ ਹੋਇਆ, ਇਸ ਲਈ ਇਸਹਾਕ ਨੇ ਉਸ ਦਾ ਨਾਂ ਆਜ਼ਾਦੀ ਇਹ ਕਹਿ ਕੇ ਰੱਖਿਆ, ਪ੍ਰਭੂ ਨੇ ਸਾਨੂੰ ਚੈਨ ਦਿੱਤਾ ਹੈ, ਅਸੀਂ ਹੁਣ ਇਸ ਧਰਤੀ ਤੇ ਵਧਾ ਫੁੱਲਾਂਗੇ। ਇਸਹਾਕ ਉੱਥੋਂ ਅੱਗੇ ਬੇਰਸ਼ਬਾ ਨੂੰ ਗਿਆ। ਉੱਥੇ ਪ੍ਰਭੂ ਨੇ ਰਾਤ ਸਮੇਂ ਉਸਨੂੰ ਦਰਸ਼ਨ ਦੇ ਕੇ ਕਿਹਾ, ਮੈਂ ਤੇਰੇ ਪਿਤਾ ਅਬਰਾਹਮ ਦਾ ਪਰਮੇਸ਼ਰ ਹਾਂ, ਤੂੰ ਡਰ ਨਾ, ਕਿਉਂਕਿ ਮੈਂ ਤੇਰੇ ਨਾਲ ਹਾਂ। ਮੈਂ ਤੈਨੂੰ ਅਸੀਸ ਦੇਵਾਂਗਾ ਅਤੇ ਆਪਣੇ ਦਾਸ ਅਬਰਾਹਮ ਨਾਲ ਕੀਤੀ ਪ੍ਰਤਿੱਗਿਆ ਦੇ ਅਨੁਸਾਰ ਤੇਰੇ ਵੰਸ਼ ਨੂੰ ਬਹੁਤ ਵਧਾਵਾਂਗਾ। ਇਸਹਾਕ ਨੇ ਉੱਥੇ ਇੱਕ ਬੇਦੀ ਬਣਾ ਕੇ ਪ੍ਰਭੂ ਦੇ ਨਾਂ ਦੀ ਉਪਾਸਨਾ ਕੀਤੀ। ਉੱਥੇ ਹੀ ਉਸਨੇ ਆਪਣੇ ਤੰਬੂ ਲਾਏ ਅਤੇ ਉਸਦੇ ਨੌਕਰਾਂ ਨੇ ਉੱਥੇ ਖੂਹ ਵੀ ਪੁੱਟਿਆ। ਆਮੀਨ। ਉੱਥੇ ਵੀ ਖੂਹ ਪੁੱਟਿਆ। ਸੋ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਜੋ ਬਰਕਤ ਉਸਦੇ ਬਾਪ ਨੂੰ ਦਿੱਤੀ ਸੀ, ਚਾਹੇ ਉਹ 12ਵਾਂ ਚੈਪਟਰ, ਚਾਹੇ ਉਹ 15ਵਾਂ ਚੈਪਟਰ, ਚਾਹੇ ਉਹ 17ਵਾਂ ਚੈਪਟਰ ਤੇ ਚਾਹੇ ਉਹ 24ਵਾਂ ਚੈਪਟਰ, ਜਿਹੜੀ ਬਰਕਤ ਅਬਰਾਹਮ ਨੂੰ ਮਿਲੀ ਉਹੀ ਬਰਕਤ ਸੇਮ ਸ਼ਬਦਾਂ ਦੇ ਵਿੱਚ ਪ੍ਰਭੂ ਇਸ ਵੇਲੇ ਇਸਹਾਕ ਨੂੰ ਦੇ ਰਿਹਾ। ਸੋ ਪ੍ਰਭੂ ਨੇ 2 ਵਾਰੀ ਉਸਨੂੰ ਦਰਸ਼ਨ ਦਿੱਤੇ। ਸਭ ਤੋਂ ਪਹਿਲਾਂ ਉਸਨੇ ਇਜਿਪਟ ਦੇ ਵਿੱਚ ਜਾਣ ਤੋਂ ਮਨਾ ਕੀਤਾ ਔਰ ਉਸਨੂੰ ਫਲਸਤੀਆਂ ਦੀ ਧਰਤੀ ਦੇ ਉੱਤੇ ਲੈ ਕੇ ਆਇਆ। ਔਰ ਜਿਸ ਲਈ ਉਹ ਉੱਥੋਂ ਤੁਰਿਆ ਔਰ ਉਹ ਗਰਾਰ ਦੇ ਇਲਾਕੇ ਦੇ ਵਿੱਚ ਗਿਆ, ਉੱਥੇ ਜਾ ਕੇ ਉਸਨੇ ਜਿਹੜੇ ਉਸਦੇ ਬਾਪ ਨੇ ਖੂਹ ਉੱਥੇ ਲਾਏ ਸੀ, 2 ਖੂਹ ਪਹਿਲਿਆਂ ਤੇ ਝਗੜਾ ਹੋ ਗਿਆ, ਤੀਸਰਾ ਖੂਹ ਪੁੱਟਿਆ ਔਰ ਉੱਥੇ ਉਹ ਰਹਿਣ ਲੱਗਾ। ਪਰ ਉੱਥੋਂ ਵੀ ਉਹ ਅੱਗੇ ਥੋੜਾ ਜਿਹਾ, ਕਿਉਂਕਿ ਮਾਲ ਡੰਗਰ ਜ਼ਿਆਦਾ ਸੀ, ਉਸਨੂੰ ਅੱਗੇ ਵਧਣ ਦੀ ਲੋੜ ਪੈਣੀ ਸੀ। ਜਿਸੇ ਉਹ ਚੁਗ ਲੈਂਦੇ ਸੀ ਉੱਥੇ ਕਾਫੀ ਉਹਨੂੰ ਅੱਗੇ ਵਧਣਾ ਪੈਂਦਾ ਸੀ, ਕੋਈ ਚੋਇਸ ਨਹੀਂ ਸੀ। ਸੋ ਉੱਥੋਂ ਉਹ ਅੱਗੇ ਵਧਿਆ ਤੇ ਪ੍ਰਭੂ ਨੇ ਉਸਨੂੰ ਫੇਰ ਦਰਸ਼ਨ ਦਿੱਤਾ ਔਰ ਉਸਨੂੰ ਫਿਰ ਦੱਸਿਆ ਕਿ ਤੂੰ ਕਿਸੇ ਚੀਜ਼ ਦਾ ਡਰ ਨਾ ਰੱਖ। ਅਬਰਾਹਮ ਨੂੰ ਵੀ ਇੱਦਾਂ ਪ੍ਰਭੂ ਆ ਕੇ ਬੋਲਦਾ, ਤੂੰ ਕਿਸੇ ਚੀਜ਼ ਦਾ ਡਰ ਨਾ ਰੱਖ, ਮੈਂ ਤੈਨੂੰ ਬਹੁਤ ਵਧਾਵਾਂਗਾ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਦੇ ਵਾਅਦੇ ਦੇ ਵਿੱਚ ਔਰ ਇਸ ਲਾਈਨ ਦੇ ਵਿੱਚ ਜਿੱਥੋਂ ਅਬਰਾਹਮ ਨੂੰ ਚੁਣਿਆ, ਹੁਣ ਉਸਦੇ ਪੁੱਤਰ ਨੂੰ ਪ੍ਰਭੂ ਦਰਸ਼ਨ ਦੇ ਕੇ ਉਹੀ ਬਰਕਤ ਦੇ ਰਿਹਾ ਜੋ ਉਸਨੇ ਉਸਦੇ ਬਾਪ ਨੂੰ ਦਿੱਤੀ ਸੀ। ਔਰ ਉਸਦੇ ਹਾਲੇ ਤੱਕ ਸਿਰਫ 2 ਪੁੱਤਰ। ਲੇਕਿਨ ਇੱਥੇ ਜਿਹੜਾ ਉਸਨੇ ਸਾਨੂੰ ਹਿੱਸਾ ਜਿਹੜਾ ਦਿੱਤਾ ਗਿਆ 34ਵੀਂ ਜਿਹੜੀ ਆਇਤ ਆ, ਇਹ ਆਇਤ ਇੱਥੇ ਆਉਂਦੀ ਆ। ਇੱਥੇ 1767 ਸਾਲ ਹੋ ਗਏ, 34 ਆਇਤ ਤੋਂ ਪਹਿਲਾਂ ਲਿਖ ਲਓ। ਔਰ ਇੱਥੇ
ਇਸਾਓ ਨੇ ਹੁਣ ਵਿਆਹ ਕੀਤਾ। ਸੋ ਕੋਈ ਜਾਣਾ ਹੁਣ इसनों चलो मैं ही पढ़ देना। इसाऊ 40 सालों का सी। उसने बेरी हित्ती दी धी यहूदिब अते एलोन दी धी बासमत दे नाल विआह कर लिया। इसहाक अते रिबका दा जीवन इस कारण बहुत ही दुखी हो गया। क्यों? क्योंकि वो आके अपनी वर्शिप करदियां सी, वो अपने देवी देवतियां नूं मानदियां सी और इन्हां दे विच तां देवी देवते बहुत सारे सी जिन्हां दी पूजा करदियां सी। और जिस वेले उसने ये काम किया, इत्थों उसदी मां दा जिहड़ा ध्यान आ उसदे उत्तों हट गया कि ये नहीं हो सकता, क्योंकि उसदी मां नूं पता सी कि इशमाइल दे लई उसने अपने कुण विच धी नहीं चुनी। और ईवन जिहड़े उसके कटूरा तो बच्चे पैदा होए उन्होंने अब्राहम ने यह हुक्म नहीं दिता, पर इसहाक दे लई उसने जिहड़ी धी सी कुणवे दे विचों चुनी सी। पर उन्हें जिहड़ी जिस दे नाल विआह कीता वो बुत परस्ती दोने जानी, और इस दे नाल जिहड़ी मां दा जिहड़ा दिल सी वो बिल्कुल खट्टा हो गया उस तो। पर यह सब कुछ होने ते हुण असीं जावांगे 26 आयत तो। इत्थे असीं आ गए 1744 साल मसीह दे आउण तो पहला 1740 साल। तो हुण इसहाक दा ब्याह हो चुका, उहनूं उत्थे रहिंदे नूं बेसिकली हुण 20 साल हो चुके आ। उस वादी दे विच बेरशबा दी वादी, उस तो बाद गरार दी वादी दे विच आ जांदा। जिद्दां जिद्दां मींह पानी घाह वधी चली जांदा उस हिसाब दे नाल अपने तंबू पट्टी जांदे, एक थां ते दूजे थां ते जाई जांदे आ। ते जिसले इधर उधर घट जांदा ते इधर आ जांदे, राइट। सो हुण उसनूं 20 साल हो गए उस वादी दे विच रहिंदे नूं। सो आओ हुण असीं 26वीं आयत देखांगे, क्योंकि हुण उन्हां ने देख लिया कि ਅਸੀਂ ਸਾਡਿਆਂ ਲੋਕਾਂ ਨੇ ਤੇ ਇਹਨਾਂ ਨੂੰ ਕੱਢ ਦਿੱਤਾ ਇੱਥੋਂ, ਪਰ ਉਹ ਹੁਣ ਜਿਹੜੀ ਵਾਦੀ ਦੇ ਵਿੱਚ ਜਾ ਕੇ ਵਸਿਆ, ਵਾਦੀ ਤਾਂ ਉਹ ਵੀ ਸਾਡੀ ਆ, ਤੇ ਉੱਥੇ ਉਹਦੇ ਕੋਲ ਮਾਲ ਮਤਾ ਤਾਂ ਫਿਰ ਵੀ ਘੱਟ ਨਹੀਂ, ਉਹ ਤਾਂ ਤਕੜੇ ਦਾ ਤਕੜਾ ਆ। ਇਸ ਤੋਂ ਪਹਿਲਾਂ ਕਿ ਸਾਡੇ ਤੇ ਹਮਲਾ ਕਰ ਦੇਵੇ ਔਰ ਸਾਰੇ ਦੇਸ਼ ਤੇ ਕਬਜ਼ਾ ਕਰ ਲਵੇ, ਆਓ ਅਸੀਂ ਜਾ ਕੇ ਉਹਦੇ ਨਾਲ ਸੰਧੀ ਕਰ ਲਈਏ, ਜਿਸ ਤਰ੍ਹਾਂ ਉਹਨਾਂ ਨੇ ਅਬਰਾਹਮ ਦੇ ਨਾਲ ਸੰਧੀ ਕੀਤੀ ਸੀ। ਠੀਕ। ਸੋ ਆਓ ਅਸੀਂ 26 ਆਇਤ ਤੋਂ ਲੈ ਕੇ ਹੁਣ 33 ਆਇਤ ਤੱਕ ਦੇਖਾਂ। ਤਦ ਅਬੀਮਲਕ ਰਾਜਾ ਆਪਣੇ ਸਲਾਹਕਾਰ ਅਹੋਜਬ ਅਤੇ ਆਪਣੇ ਸੈਨਾਪਤੀ ਫੀਕੋਲ ਨੂੰ ਨਾਲ ਲੈ ਕੇ ਗਰਾਰ ਤੋਂ ਇਸਹਾਕ ਕੋਲ ਆਇਆ। ਇਸਹਾਕ ਨੇ ਉਸ ਨੂੰ ਕਿਹਾ, ਹੁਣ ਮੇਰੇ ਕੋਲ ਕਿਉਂ ਆਇਆ ਹੈ? ਆਪਣੇ ਦੇਸ਼ ਵਿੱਚ ਤੂੰ ਮੈਨੂੰ ਘਿਰਣਾ ਕੀਤੀ ਅਤੇ ਉੱਥੋਂ ਮੈਨੂੰ ਕੱਢ ਦਿੱਤਾ ਸੀ। ਅਬੀਮਲਕ ਨੇ ਉੱਤਰ ਦਿੱਤਾ, ਅਸੀਂ ਜਾਣ ਲਿਆ ਕਿ ਪ੍ਰਭੂ ਤੇਰੇ ਨਾਲ ਹੈ। ਹੁਣ ਤੂੰ ਸਾਡੇ ਨਾਲ ਇੱਕ ਸੰਧੀ ਕਰ, ਅਸੀਂ ਆਪੋ ਵਿੱਚ ਸਹੁੰ ਚੁੱਕਾਂਗੇ, ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰੇਗਾ, ਕਿਉਂਕਿ ਜਦੋਂ ਤੂੰ ਸਾਡੇ ਕੋਲ ਰਹਿ ਰਿਹਾ ਸੀ ਤਾਂ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਸੀ, ਸਗੋਂ ਤੈਨੂੰ ਸ਼ਾਂਤੀ ਨਾਲ ਵਿਦਾ ਕੀਤਾ ਸੀ। ਤੇਰੇ ਉੱਤੇ ਪਰਮੇਸ਼ਰ ਦਾ ਅਸੀਸ ਵਾਲਾ ਹੱਥ ਹੈ। ਇਸਹਾਕ ਨੇ ਉਹਨਾਂ ਲਈ ਇੱਕ ਭੋਜ ਕੀਤਾ ਜੋ ਉਹਨਾਂ ਨੇ ਮਿਲ ਕੇ ਖਾਧਾ ਪੀਤਾ। ਅਗਲੀ ਸਵੇਰੇ ਉਹਨਾਂ ਨੇ ਇੱਕ ਦੂਜੇ ਨੂੰ ਬਚਨ ਦਿੱਤਾ। ਤਦ ਇਸਹਾਕ ਨੇ ਉਹਨਾਂ ਨੂੰ ਵਿਦਾ ਕੀਤਾ ਤੇ ਉਹ ਸ਼ਾਂਤੀ ਨਾਲ ਉੱਥੋਂ ਚਲੇ ਗਏ। ਉਸੇ ਦਿਨ ਇਸਹਾਕ ਦੇ ਨੌਕਰਾਂ ਨੇ ਆ ਕੇ ਉਸਨੂੰ ਦੱਸਿਆ, ਜੋ ਖੂਹ ਅਸੀਂ ਪੁੱਟ ਰਹੇ ਸਾਂ ਉਸ ਵਿੱਚ ਪਾਣੀ ਆ ਗਿਆ ਹੈ। ਇਸਹਾਕ ਨੇ ਉਸ ਖੂਹ ਦਾ ਨਾਂ ਬਚਨ ਰੱਖਿਆ। ਇਸੇ ਤੋਂ ਹੀ ਉਸ ਥਾਂ ਦਾ ਨਾਂ ਬੇਰਸ਼ਿਬਾ ਪੈ ਗਿਆ। ਬੇਰਸ਼ਿਬਾ ਪੈ ਗਿਆ। ਔਰ ਬੇਰਸ਼ਿਬਾ ਦੇ ਨਾਂ ਤੇ ਕੋਈ ਪ੍ਰਭੂ ਨੇ ਉਹਨਾਂ ਨੂੰ ਉੱਥੇ ਉਹ ਬਚਨ ਦਾ ਪਾਣੀ ਜਿਹੜਾ ਸੀ ਉਹ ਪ੍ਰਭੂ ਨੇ ਇੱਕ ਨਿਸ਼ਾਨੀ ਉਹਨਾਂ ਨੂੰ ਦਿੱਤੀ। ਇਹ ਪ੍ਰਭੂ ਦੀ ਨਿਸ਼ਾਨੀ ਸੀ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਕਿੱਦਾਂ ਪ੍ਰਭੂ ਦੀ ਬਰਕਤ ਉਸਦੇ ਨਾਲ ਚੱਲਦੀ ਪਈ ਹੈ। ਔਰ ਦੂਸਰੀ ਚੀਜ਼ ਇਹ ਹੈ ਕਿ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਸੀ ਕਿ ਨੋਹਾ ਦੇ ਰਾਹੀਂ ਕਿਹਾ ਸੀ ਕਿ ਸ਼ੈਮ ਨੂੰ ਬਲੈਸਿੰਗ ਦਿੱਤੀ ਸੀ ਕਿ ਕਨਾਨ ਤੇਰੀ ਗੁਲਾਮੀ ਕਰੇਗਾ, ਪਰ ਸ਼ੈਮ ਤੇਰੇ ਤੰਬੂ ਦੇ ਵਿੱਚ ਰਹੇਗਾ। ਕਹਿਣ ਦਾ ਮਤਲਬ ਕਿ ਤੇਰੇ ਨਾਲ ਰਹੇਗਾ, ਉਹਦਾ ਹੱਥ ਹਮੇਸ਼ਾ ਤੇਰੇ ਨਾਲ ਮਿਲਿਆ ਰਹੇਗਾ। ਸੋ ਅਸੀਂ ਇੱਥੇ ਇੱਕ ਵਾਰ ਫਿਰ ਉਹੀ ਨੋਹਾ ਦੇ 2 ਪੁੱਤਰਾਂ ਜਾਂ ਤੁਸੀਂ ਇਹ ਕਹਿ ਲਓ ਕਿ ਪੜਪੋਤਿਆਂ ਦੇ ਇੱਕ ਵਾਰ ਫਿਰ ਹੱਥ ਮਿਲਦੇ ਦੇਖਦੇ ਪਏ, ਔਰ ਪ੍ਰਭੂ ਉਹਨਾਂ ਨੂੰ ਫਿਰ ਬਰਕਤ ਦੇ ਰਿਹਾ।
ਸ਼ੈਮ ਔਰ ਯਾਫਤ ਦੇ ਖਾਨਦਾਨਾਂ ਨੂੰ ਪ੍ਰਭੂ ਇੱਕ ਵਾਰੀ ਫੇਰ ਬਰਕਤ ਦੇ ਰਿਹਾ। ਔਰ ਹੁਣ ਸਾਨੂੰ ਪਤਾ ਕਿ ਅੱਜ ਤੋਂ ਇਸ ਤੋਂ 10 ਸਾਲ ਪਹਿਲਾਂ ਜਿਹੜਾ ਈਸੋ ਆ ਉਸਨੇ ਜਾਣ ਬੁੱਝ ਕੇ ਕਨਾਨੀ ਔਰਤਾਂ ਦੇ ਨਾਲ ਵਿਆਹ ਕਰਾਇਆ ਔਰ ਇੱਥੋਂ ਉਸਦੇ ਮਾਂ-ਬਾਪ ਦੁਖੀ ਆ, ਲੇਕਿਨ ਮਾਂ ਜ਼ਿਆਦਾ ਦੁਖੀ ਹੈ। ਬਾਪ ਜਿਹੜਾ ਉਹ ਹਾਲੇ ਵੀ ਮੂੰਹ ਦੇ ਸਵਾਦ ਨੂੰ ਜਿੱਦਾਂ ਕਿ ਪਿਆ ਆ, ਉਹਨੂੰ ਪਤਾ ਤੇ ਉਹਨੇ ਸ਼ਿਕਾਰ ਮਾਰ ਕੇ ਲਿਆਉਣਾ, ਉਸਨੇ ਬਣਾਉਣਾ, ਉਸਨੇ ਮੈਨੂੰ ਖਿਲਾਉਣਾ ਔਰ ਉਹਦੇ ਨਾਲ ਉਹ ਇੱਕ ਤਰ੍ਹਾਂ ਦਾ ਤੁਸੀਂ ਇਹ ਕਹ ਲਓ ਕਿ ਇੱਕ ਫਨ ਵਾਲਾ ਵਿਵਹਾਰ ਆ ਜਿਹੜਾ ਉਸਦੇ ਬਾਪ ਦਾ ਇੰਜੋਏ ਕਰਦਾ। ਲੇਕਿਨ ਰਿਬੇਕਾ ਨੂੰ ਇਸ ਚੀਜ਼ ਦਾ ਪਤਾ ਹੈ ਕਿ ਅਗਰ ਕੁਣਬਾ ਔਰ ਉਹ ਪ੍ਰੋਮਿਸ, ਉਹ ਵਾਦਾ ਜੋ ਅਬਰਾਹਮ ਨੂੰ ਮਿਲਿਆ, ਅਗਰ ਉਹ ਬਰਕਤ ਇਹਨੂੰ ਮਿਲ ਗਈ ਤੇ ਇਹ ਬਰਕਤ ਇੱਥੇ ਰੁਕ ਜਾਣੀ, ਇਹ ਤੋਂ ਗਾਹ ਨਹੀਂ ਜਾਣੀ। ਇਹ ਉਸਦੇ ਕਾਬਲ ਨਹੀਂ, ਇਹ ਉਸਦੇ ਕਾਬਲ ਨਹੀਂ ਕਿ ਪ੍ਰਭੂ ਇਹਨੂੰ ਵਧਾ ਕੇ ਕੌਮ ਬਣਾਏ। ਉਸਦੇ ਕਾਬਲ ਜੇਕਬ। ਸੋ ਹੁਣ ਮਾਂ ਨੇ ਇੱਕ ਪ੍ਰਭੂ ਨੇ ਮਾਂ ਨੂੰ ਗਾਈਡ ਕਰ ਔਰ ਦੂਸਰੇ ਪਾਸੇ ਪ੍ਰਭੂ ਨੇ ਕਿਸ ਤਰ੍ਹਾਂ ਉਹਦੇ ਬਾਪ ਇਸਹਾਕ ਨੂੰ ਘੇਰਾ ਪਾਉਣਾ, ਉਹ ਵੀ ਇੱਕ ਦੇਖਣ ਵਾਲੀ ਚੀਜ਼ ਹੈ। ਸੋ ਆਓ ਅਸੀਂ ਮੂਵੀ ਕੱਲ ਨੂੰ ਦੇਖਾਂਗੇ, ਲੇਕਿਨ ਹੁਣ ਆਓ ਅਸੀਂ ਇਸ ਹਿੱਸੇ ਨੂੰ ਦੇਖੀਏ 1 ਤੋਂ ਲੈ ਕੇ ਅਸੀਂ 1 ਤੋਂ ਲੈ ਕੇ ਆਓ ਇਸ ਨੂੰ ਅਸੀਂ 24 ਤੱਕ ਦੇਖੀਏ। ਇਸਹਾਕ ਦਾ ਯਾਕੂਬ ਨੂੰ ਅਸੀਸ ਦੇਣਾ। ਇਸਹਾਕ ਕਾਫੀ ਵੱਡਾ ਹੋ ਗਿਆ ਸੀ, ਉਸ ਦੀਆਂ ਅੱਖਾਂ ਦੀ ਲੋ ਵੀ ਕਾਫੀ ਘਟ ਗਈ ਸੀ, ਉਹ ਠੀਕ ਤਰ੍ਹਾਂ ਨਾਲ ਦੇਖ ਨਹੀਂ ਸਕਦਾ ਸੀ। ਉਸਨੇ ਆਪਣੇ ਵੱਡੇ ਪੁੱਤਰ ਨੂੰ ਬੁਲਾ ਕੇ ਕਿਹਾ, ਮੇਰੇ ਪੁੱਤਰ। ਈਸਾਓ ਨੇ ਉੱਤਰ ਦਿੱਤਾ, ਜੀ ਪਿਤਾ ਜੀ। ਇਸਹਾਕ ਨੇ ਕਿਹਾ, ਦੇਖ ਮੈਂ ਕਾਫੀ ਬੁੱਢਾ ਹੋ ਗਿਆ ਹਾਂ, ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਦਿਨ ਹੋਰ ਜੀਵਾਂਗਾ। ਤੂੰ ਆਪਣੇ ਤੀਰ ਕਮਾਨ ਨੂੰ ਤੀਰਾਂ ਸਮੇਤ ਲੈ ਕੇ ਜੰਗਲ ਵਿੱਚ ਜਾ ਤੇ ਮੇਰੇ ਲਈ ਸ਼ਿਕਾਰ ਮਾਰ ਕੇ ਲਿਆ। ਫਿਰ ਤੂੰ ਮੇਰੇ ਲਈ ਸਵਾਦੀ ਭੋਜਨ ਤਿਆਰ ਕਰਨਾ ਕਿ ਮੈਂ ਖਾ ਕੇ ਤੈਨੂੰ ਅੰਤਮ ਸੀਸ ਦੇਵਾਂ। ਰਿਬਕਾ ਨੇ ਉਹ ਸਭ ਗੱਲਾਂ ਸੁਣੀਆਂ ਜੋ ਇਸਹਾਕ ਨੇ ਆਪਣੇ ਪੁੱਤਰ ਈਸਾਓ ਨਾਲ ਕੀਤੀਆਂ ਸਨ। ਇਸ ਲਈ ਜਦੋਂ ਈਸਾਓ ਜੰਗਲ ਵਿੱਚ ਸ਼ਿਕਾਰ ਲਈ ਚਲਾ ਗਿਆ ਤਾਂ ਰਿਬਕਾ ਨੇ ਆਪਣੇ ਪੁੱਤਰ ਯਾਕੂਬ ਨੂੰ ਕਿਹਾ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਨਾਲ ਗੱਲਾਂ ਕਰਦੇ ਸੁਣਿਆ ਹੈ। ਉਸਨੇ ਕਿਹਾ, ਮੇਰੇ ਲਈ ਸ਼ਿਕਾਰ ਮਾਰ ਕੇ ਲਿਆ ਅਤੇ ਸਵਾਦੀ ਭੋਜ ਤਿਆਰ ਕਰਕੇ ਮੈਂ ਖਾ ਕੇ ਪ੍ਰਭੂ ਦੇ ਸਾਹਮਣੇ ਮਰਨ ਤੋਂ ਪਹਿਲਾਂ ਤੈਨੂੰ ਸੀਸ ਦੇਵਾਂ। ਇਸ ਲਈ ਮੇਰੇ ਪੁੱਤਰ, ਜੋ ਮੈਂ ਤੈਨੂੰ ਕਹਿੰਦੀ ਹਾਂ ਤੂੰ ਧਿਆਨ ਨਾਲ ਸੁਣੀ। ਤੂੰ ਇੱਜੜ ਵਿੱਚ ਜਾ ਤੇ ਚੰਗੇ ਪਲੇ ਹੋਏ ਲੇਲੇ ਲੈ ਆ। ਮੈਂ ਉਹਨਾਂ ਤੋਂ ਸਵਾਦੀ ਭੋਜਨ ਜੋ ਤੇਰੇ ਪਿਤਾ ਨੂੰ ਪਸੰਦ ਹੈ ਬਣਾਵਾਂਗੀ। ਤੂੰ ਉਹ ਭੋਜਨ ਲੈ ਕੇ ਆਪਣੇ ਪਿਤਾ ਕੋਲ ਜਾਣਾ ਕਿ ਉਹ ਖਾ ਕੇ ਤੈਨੂੰ ਅਸੀਸ ਦੇਵੇ। ਪਰ ਯਾਕੂਬ ਨੇ ਆਪਣੀ ਮਾਂ ਰਿਬਕਾ ਨੂੰ ਉੱਤਰ ਦਿੱਤਾ, ਤੂੰ ਜਾਣਦੀ ਹੈ ਕਿ ਮੇਰੇ ਭਰਾ ਈਸਾਓ ਦੇ ਸਰੀਰ ਤੇ ਵਾਲ ਹਨ ਤੇ ਮੇਰੇ ਨਹੀਂ। ਹੋ ਸਕਦਾ ਹੈ ਕਿ ਮੇਰਾ ਪਿਤਾ ਮੈਨੂੰ ਟੋਹ ਕੇ ਦੇਖੇ ਤੇ ਮੈਨੂੰ ਪਛਾਣ ਜਾਵੇ। ਇਸ ਤਰ੍ਹਾਂ ਸੀਸ ਦੀ ਥਾਂ ਮੈਂ ਸਰਾਪ ਦਾ ਭਾਗੀ ਠਹਿਰਾਂਗਾ। ਪਰ ਯਾਕੂਬ ਦੀ ਮਾਂ ਨੇ ਉਸਨੂੰ ਕਿਹਾ, ਨਹੀਂ ਪੁੱਤਰ, ਤੇਰਾ ਸਰਾਪ ਮੇਰੇ ਤੇ ਆ ਪਵੇ, ਪਰ ਤੈਨੂੰ ਜੋ ਮੈਂ ਕਹਿੰਦੀ ਹਾਂ ਤੂੰ ਉਹ ਹੀ ਕਰ। ਤੂੰ ਜਾ ਕੇ ਲੇਲੇ ਮੇਰੇ ਕੋਲ ਲੈ ਆ। ਇਸ ਲਈ ਉਹ ਗਿਆ ਅਤੇ ਜਾ ਕੇ ਲੇਲੇ ਲੈ ਆਇਆ ਜੋ ਉਸਨੇ ਆਪਣੀ ਮਾਂ ਨੂੰ ਦਿੱਤੇ। ਉਸਦੀ ਮਾਂ ਨੇ ਉਹਨਾਂ ਨਾਲ ਉਸਦੇ ਪਿਤਾ ਦੀ ਪਸੰਦ ਅਨੁਸਾਰ ਸਵਾਦੀ ਭੋਜਨ ਤਿਆਰ ਕੀਤਾ। ਫਿਰ ਰਿਬਕਾ ਨੇ ਆਪਣੇ ਵੱਡੇ ਪੁੱਤਰ ਈਸਾਓ ਦੇ ਸਭ ਤੋਂ ਚੰਗੇ ਕੱਪੜੇ ਕੱਢ ਕੇ ਆਪਣੇ ਛੋਟੇ ਪੁੱਤਰ ਨੂੰ ਪਵਾਏ। ਉਸਨੇ ਯਾਕੂਬ ਦੇ ਹੱਥਾਂ ਤੇ ਬਾਕੀ ਸਰੀਰ ਦੇ ਨੰਗੇ ਹਿੱਸਿਆਂ ਤੇ ਲੇਲਿਆਂ ਦੀ ਖੱਲ ਬੰਨ੍ਹ ਦਿੱਤੀ। ਇਹ ਕਰਨ ਦੇ ਪਿੱਛੋਂ ਉਸਨੇ ਆਪਣਾ ਬਣਾਇਆ ਸਵਾਦੀ ਭੋਜਨ ਯਾਕੂਬ ਦੇ ਹੱਥੀਂ ਦੇ ਦਿੱਤਾ। ਤਦ ਯਾਕੂਬ ਆਪਣੇ ਪਿਤਾ ਕੋਲ ਜਾ ਕੇ ਬੋਲਿਆ, ਪਿਤਾ ਜੀ। ਪਿਤਾ ਨੇ ਉੱਤਰ ਦਿੱਤਾ, ਹਾਂ, ਤੂੰ ਮੇਰਾ ਕਿਹੜਾ ਪੁੱਤਰ ਹੈ? ਯਾਕੂਬ ਨੇ ਕਿਹਾ, ਮੈਂ ਤੇਰਾ ਵੱਡਾ ਪੁੱਤਰ ਈਸਾਓ ਹਾਂ। ਮੈਂ ਤੁਹਾਡੇ ਕਹੇ ਅਨੁਸਾਰ ਕੀਤਾ ਹੈ। ਤੁਸੀਂ ਹੁਣ ਉੱਠ ਕੇ ਭੋਜਨ ਛਕੋ ਅਤੇ ਮੈਨੂੰ ਅਸੀਸ ਦੇਵੋ। ਇਸਹਾਕ ਨੇ ਪੁੱਛਿਆ, ਪੁੱਤਰ, ਅੱਜ ਤੈਨੂੰ ਇੰਨੀ ਛੇਤੀ ਸ਼ਿਕਾਰ ਕਿਸ ਤਰ੍ਹਾਂ ਮਿਲ ਗਿਆ ਹੈ? ਯਾਕੂਬ ਨੇ ਉੱਤਰ ਦਿੱਤਾ, ਇਹ ਪ੍ਰਭੂ ਤੁਹਾਡੇ ਪਰਮੇਸ਼ਰ ਦੀ ਦਇਆ ਦੇ ਕਾਰਨ ਹੋਇਆ ਹੈ। ਇਸਹਾਕ ਨੇ ਉਸਨੂੰ ਕਿਹਾ, ਪੁੱਤਰ, ਮੇਰੇ ਨੇੜੇ ਆ ਕਿ ਮੈਂ ਦੇਖਾਂ ਕਿ ਤੂੰ ਮੇਰਾ ਪੁੱਤਰ ਈਸਾਓ ਹੀ ਹੈ।
ਇਸ ਲਈ ਯਾਕੂਬ ਆਪਣੇ ਪਿਤਾ ਦੇ ਨੇੜੇ ਗਿਆ। ਉਸ ਦੇ ਪਿਤਾ ਨੇ ਟੋਹ ਕੇ ਕਿਹਾ, ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਹੈ, ਪਰ ਹੱਥ ਏਸਾਓ ਦੇ ਹਨ। ਸੋ ਇਸਹਾਕ ਉਸ ਨੂੰ ਪਛਾਣ ਨਾ ਸਕਿਆ, ਕਿਉਂਕਿ ਉਸ ਦੇ ਹੱਥ ਏਸਾਓ ਦੇ ਹੱਥਾਂ ਵਰਗੇ ਸਨ। ਇਸ ਲਈ ਇਸਹਾਕ ਨੇ ਉਸ ਨੂੰ ਸੀਸ ਦਿੱਤੀ। ਇਸਹਾਕ ਨੇ ਉਸ ਤੋਂ ਫਿਰ ਪੁੱਛਿਆ, ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈ? ਯਾਕੂਬ ਨੇ ਉੱਤਰ ਦਿੱਤਾ, ਹਾਂ। ਤਦ ਇਸਹਾਕ ਨੇ ਕਿਹਾ, ਆਪਣੇ ਸ਼ਿਕਾਰ ਤੋਂ ਬਣਾਇਆ ਥੋੜਾ ਭੋਜਨ ਲਿਆ ਕੇ ਮੈਂ ਖਾਵਾਂ। ਯਾਕੂਬ ਨੇ ਇਸਹਾਕ ਨੂੰ ਭੋਜਨ ਦਿੱਤਾ ਜੋ ਉਸਨੇ ਖਾਧਾ। ਉਸਨੇ ਦਾਖਸਾਰ ਵੀ ਇਸਹਾਕ ਨੂੰ ਦਿੱਤੀ ਜੋ ਉਸਨੇ ਪੀਤਾ। ਭੋਜਨ ਕਰ ਚੁੱਕਣ ਦੇ ਪਿੱਛੋਂ ਇਸਹਾਕ ਨੇ ਉਸਨੂੰ ਕਿਹਾ, ਮੇਰੇ ਪੁੱਤਰ, ਨੇੜੇ ਆ ਕੇ ਮੈਨੂੰ ਚੁੰਮ। ਯਾਕੂਬ ਨੇ ਨੇੜੇ ਆ ਕੇ ਆਪਣੇ ਪਿਤਾ ਨੂੰ ਚੁੰਮਿਆ। ਉਸਦੇ ਪਿਤਾ ਨੂੰ ਉਸਦੇ ਕੱਪੜਿਆਂ ਵਿੱਚ ਸੁਗੰਧ ਆਈ ਤੇ ਉਸਨੇ ਇਹ ਕਹਿੰਦੇ ਹੋਏ ਯਾਕੂਬ ਨੂੰ ਸੀਸ ਦਿੱਤੀ, ਮੇਰੇ ਪੁੱਤਰ ਦੀ ਸੁਗੰਧ ਉਸ। ਅੱਛਾ ਜੀ, ਠੀਕ ਹੈ। ਉਹ ਇਸ ਅਗਲਾ ਹਿੱਸਾ ਦੁਆਰਾ ਪੜ੍ਹਦੇ ਹਾਂ। ਹੁਣ ਕੁਐਸਚਨ ਆਉਂਦਾ ਕਿ ਜਿਸ ਵੇਲੇ ਇਹ ਤਾਂ ਝੂਠ ਬੋਲਦਾ ਪਿਆ ਤੇ ਮਾਂ ਚਲਾਕੀ ਕਰਦੀ ਪਈ ਆ। ਮਾਂ ਇੱਕ ਪੁੱਤਰ ਨੂੰ ਪਿੱਛੇ ਸੁੱਟਦੀ ਪਈ ਆ ਤੇ ਦੂਜੇ ਨੂੰ ਉਹਦੀ ਬਰਕਤ ਦਵਾ ਰਹੀ ਹੈ। ਇਹ ਕੀ ਹੋ ਰਿਹਾ? ਇਹ ਤਾਂ ਫਿਰ ਬਾਈਬਲ ਨੂੰ ਗਲਤ ਸਾਬਤ ਕਰਦੀ ਪਈ ਹੈ, ਗਲਤ ਕੰਮ ਹੁੰਦੇ ਪਏ ਕਿ ਨਹੀਂ? ਨੋ, ਇਟਸ ਨॉट। ਕਿਉਂਕਿ ਇਹ ਸਭ ਕੁਝ ਤਾਂ ਏਸਾਓ ਦੇ ਨਾਲ ਹੋ ਰਿਹਾ ਕਿ ਜੋ ਉਸਨੇ ਉਹ ਦਾਲ ਦੀ ਕੌਲੀ ਦੇ ਲਈ ਉਸਨੇ ਆਪਣੇ ਵੱਡੇ ਹੋਣ ਦਾ ਜਿਹੜਾ ਹੱਕ ਵੇਚ ਦਿੱਤਾ, ਔਰ ਉਸਦੇ ਨਾਲ ਉਸਦੇ ਵਿੱਚ ਪਰਮੇਸ਼ਰ ਦਾ ਅਪਮਾਨ ਸੀ। ਬਰਕਤ ਇਹ ਏਸਾਓ ਦੀ ਆ, ਲੇਕਿਨ ਮਿਲਦੀ ਛੋਟੇ ਪੁੱਤ ਨੂੰ। ਇਹ ਜਿਹੜੀ ਬਰਕਤ ਆ ਇਹ ਏਸਾਓ ਦੀ ਆ, ਉਹ ਛੋਟੇ ਪੁੱਤਰ ਨੂੰ ਤਾਂ ਮਿਲਦੀ ਪਈ ਆ ਕਿਉਂਕਿ ਉਸਨੇ ਉਹ ਦਾਲ ਦੀ ਕੌਲੀ ਦੇ ਲਈ ਉਸਨੇ ਆਪਣਾ ਵੱਡੇ ਹੋਣ ਦਾ ਹੱਕ ਵੇਚ ਦਿੱਤਾ। ਔਰ ਉਹ ਪ੍ਰਭੂ ਦੀ ਨਿੰਦਾ ਸੀ। ਉਸਨੇ ਆਪਣੇ ਆਪ ਨੂੰ ਵਿਆਹ ਦੇ ਰੂਪ ਦੇ ਵਿੱਚ ਕਨਾਨੀ ਔਰਤਾਂ ਦੇ ਨਾਲ ਵਿਆਹ ਕਰਾਇਆ, ਜੋ ਉਸਦੇ ਮਾਂ-ਬਾਪ ਦੇ ਲਈ, ਦੋਨਾਂ ਦੇ ਲਈ ਤੜਪਣ ਦਾ ਕਾਰਨ ਬਣੀ, ਕਿਉਂਕਿ ਉਹ ਪ੍ਰਭੂ ਦੀ ਚੁਣੀ ਹੋਈ ਲਾਈਨ ਸੀ, ਉਹ ਬਲੱਡ ਲਾਈਨ ਸੀ। ਉਹ ਇਹ ਨਹੀਂ ਕਰ ਸਕਦਾ ਸੀ। ਸੋ ਉਸਨੇ, ਉਸਦਾ ਗੁਨਾਹ ਇੱਕ ਨਹੀਂ ਸੀ, ਉਸਦਾ ਗੁਨਾਹ ਬਹੁਤ ਸੀ। ਔਰ ਬਾਪ ਦਾ ਜਿਹੜਾ ਗੁਨਾਹ ਸੀ ਉਹ ਇਹ ਸੀ ਕਿ ਉਸਦਾ ਜਿਹੜਾ ਪਿਆਰ ਸੀ ਉਹ ਅੰਨਾ ਪਿਆਰ ਸੀ। ਸੋ ਪ੍ਰਭੂ ਨੇ ਸਭ ਤੋਂ ਪਹਿਲਾਂ ਉਸਦੀਆਂ ਅੱਖਾਂ ਦੇ, ਉਹ ਦੇਖ ਨਹੀਂ ਸਕਦਾ ਕਿ ਕੌਣ। ਉਸ ਤੋਂ ਬਾਅਦ ਪ੍ਰਭੂ ਨੇ ਜਿਹੜੀ ਚੀਜ਼ ਦੇ ਵਿੱਚ ਸਭ ਤੋਂ ਵੱਡਾ ਉਸਦਾ ਮਾਣ, ਉਸਦੀ ਹੁਣ ਇੱਕ ਉਸਦੀ ਸੁਗੰਧ ਆ, ਸਵਾਦੀ ਖਾਣ ਵਾਲੇ ਬੰਦੇ ਦੀ ਜਿਹੜੀ ਸੁਗੰਧ ਹੁੰਦੀ ਬੜੀ ਤੇਜ਼ ਹੁੰਦੀ। ਉਸ ਕੋਲ ਇੱਕ ਸੁਗੰਧ ਆ ਜਿਹਦੇ ਨਾਲ ਉਹ ਦੇਖ ਸਕਦਾ ਕਿ ਇਹ ਕੌਣ। ਸੋ ਪ੍ਰਭੂ ਨੇ ਉਹਦੇ ਤੋਂ ਵੀ ਧੋਖਾ ਦਵਾਇਆ ਉਸ, ਉਹਦੀ ਛੋਹ ਦੀ ਤਾਕਤ ਆ, ਉਹਦੀ ਸੁਣਨ ਦੀ ਤਾਕਤ, ਉਹ ਸਭ ਚੀਜ਼ਾਂ ਉਸਨੂੰ ਧੋਖਾ ਦਿਖਾਈ, ਕਿਉਂਕਿ ਪ੍ਰਭੂ ਨਹੀਂ ਮੰਗਦਾ ਕਿ ਬਰਕਤ ਜਿਹੜੀ ਆ ਉਹ ਏਸਾਓ ਨੂੰ ਮਿਲੇ। ਸੋ ਪ੍ਰਭੂ ਨੇ ਏਸਾਓ ਦੀ ਬਰਕਤ ਛੋਟੇ ਪੁੱਤਰ ਨੂੰ, ਯਾਕੂਬ ਨੂੰ ਦਵਾ ਦਿੱਤੀ, ਕਿਉਂਕਿ ਉਹ ਯੋਗ। ਸੋ ਇਸ ਕਰਕੇ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਇੱਥੇ ਜਿਹੜਾ ਧੋਖਾ ਆ ਉਹ ਨਾ ਮਾਂ ਨੇ ਦਿੱਤਾ, ਇੱਥੇ ਜਿਹੜਾ ਧੋਖਾ ਨਾ ਯਾਕੂਬ ਨੇ ਦਿੱਤਾ, ਪਰ ਇੱਥੇ ਜਿਹੜਾ ਧੋਖਾ ਪ੍ਰਭੂ ਨੂੰ ਦਿੱਤਾ, ਔਰ ਪ੍ਰਭੂ ਨੂੰ ਦੀ ਐਡੀ ਵੱਡੀ ਬਰਕਤ ਦੀ ਜਿਸਨੇ ਨਿੰਦਾ ਕੀਤੀ, ਉਹ ਜਿਹੜਾ ਸੀਗਾ ਉਹ ਏਸਾਓ ਸੀ। ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਦੇ
12 चेले सी। और यहूदा इस्करियोती नूं ਇਹ नहीं सी पता कि किड्डा वड्डा ये रुतबा सी। हाँ, उस वेले तो चलो प्रभु ने सलीब ते जाना सी, वो 12 जाने सी जो प्रभु दे आले दुआले सी, थोड़े बहुते होर औरतां सी, होर थोड़े बहुते लोग सी जिन्हां नूं प्रभु यसू ने ठीक कीता सी। होर भीड़ जुट जांदी सी उन्हां दे दुआले, लेकिन वो 12 प्रभु ने चुने सी। यहूदा इस्करियोती नूं अपने चुनाव की कीमत नहीं सी पता, ते उसने प्रभु यसू मसीह नूं सिक्कियां दी खातर, थोड़े मुठ भर सिक्कियां दी खातर यसू नूं उसने छुड़वा दिता। और फिर जिस वेले अंत दे विच जाके उसनूं होश आई तो वो सिक्के लैके तो जाके उत्थे सुट दिते उसने, और उन्होंने कहा कि भाई ये तो तेरा पाप है, तू ही देख, सानू इहदे नाल की। और उसने जाके रस्सा लिया, गल च पाया ते आत्महत्या कर ली। पर अगर वो ये ना करता, प्रभु ने तो सलीब ते जाना ही जाना सी, कोई होर कारण बन जांदा। पर जे वो ना करता तो उन्होंने किहड़ी जगह मिलनी सी, ओदी जगह ते कौन आया सी? 12वां चेला कौन आया सी? हाँ, असीं जाणदे कि उन्होंने मतिया चुन लिया सी, लेकिन मतिया दा असीं इतिहास दे विच किते नहीं पढ़दे। असीं संत पौल दे बारे जरूर पढ़दे, पौलुस बारे जरूर पढ़दे, क्योंकि उसनूं कीमत नहीं सी पता। और इसी तरह सानू कई बार कीमत नहीं पता होती। सानू थोड़ा इधर दिसदा हुंदा, इधर सानू कुछ नहीं दिसदा, सानू कुछ नहीं दिसदा हुंदा, पर इत्थे थोड़ा जिहा दिसदा हुंदा। सो असीं डंडी मार के थोड़ा जिहा लैण दी खातर जिहड़ा अगे प्रभु ने वड्डा रखिया है उसनूं असीं गवा जांदे। ये चीज सानू उत्थे दिखाई गई है, ये चीज सानू दिखाई कि दाल दी कौली दी खातर इत्थे प्रभु ने इसदा नाम बदलना सी, इसराइल रखना सी, कबीला इहदा बनना, इहदा बहुत बड़ा कबीला बनना। क्योंकि असीं हुण जिद्दां ही अगलियां चैप्टरां दे विच जाना ते असीं उत्पत्ति किताब नूं दोवां थावां तो पढ़ना शुरू करना बरो बराबर। एक असीं देखना याकूब दी जिंदगी च की हो रहा, दूजे पासे असीं देखना ईसो दी जिंदगी च की हो रहा, ईसाऊ दी जिंदगी च ओहदा टब्बर किदां वधदा पिया, इधरों इहदा टब्बर किदां वधदा पिया। असीं सारियां चीज़ां देखना कि प्रभु ने उन्हें ਵਧਾਉਣਾ फलाना। एब्सोल्युटली दुनियावी चीज उन्हें चुनी है, प्रभु ने उन्हें दुनियावी चीज़ां बहुत देनी, पर वो बरकत को जिहड़ी प्रभु ने उसमें देनी सी। सो इस करके असीं इत्थे देखते हैं। कल नूं असीं इस असीस नूं पढ़ांगे जो असीस इस नूं मिली, और जो असीस उस तो बाद ईसो नूं मिली। और फिर असीं जिसले दोनों की जिंदगी दे विच जावांगे तो असीं ये देखांगे कि जिद्दां हुण तक असीं, क्योंकि हुण तक असीं नोहा दी असीस नूं देखदे आए। नोहा ने अपने बड़े पुत्र नूं असीस दित्ती, फिर उसने हाम नूं असीस दित्ती, शम नूं असीस दित्ती, उसने जाफत नूं असीस दित्ती। हाम दे पुत्र कनान नूं असीस मिली, जिस दे नाल हाम दे टब्बर नूं भी बद असीस मिली। असीं हुण तक उन्हां नूं देखदे आए, लेकिन हुण असीं ऐसे स्पॉट दे विच आ जाना कि हुण असीं ईसो दा टब्बर जो उहनूं असीस मिलनी है, और जो असीस प्रभु दी असीस याकूब नूं मिलनी है। हुण इन्हां दोनां नूं असीं बराबर देखना और देखते जाना किदां इह उन्हां दीयां जिंदगियां च पूरी हुंदी है। आओ दुआ करिए, टाइम सिद्धा हो गया। हुण असीं कल नूं मिलांगे, कल नूं असीं प्रभु दे वचन दे विचों अगे बढ़ांगे और थोड़ियां चीज़ां होर देखांगे। कल नूं जेकब दी जिहड़ी जिंदगी किस तरह बधी है
ਕਿਸ ਤਰ੍ਹਾਂ ਪ੍ਰਭੂ ਨੇ ਉਸ ਨੂੰ ਸੰਭਾਲਿਆ, ਕਿੱਦਾਂ ਉਸ ਅਸੀਸ ਦੀ ਪ੍ਰਭੂ ਨੇ ਉਸ ਨੂੰ ਮੁੜ ਕੇ ਯਾਦ ਦਿਲਾਈ ਕਿ ਤੇਰੇ ਕੋਲ ਕੀ ਆ, ਔਰ ਉਸ ਨੂੰ ਕਰ ਦਿੱਤਾ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੂੰ ਮਹਾਨ ਪਰਮੇਸ਼ਵਰ ਆ, ਤੂੰ ਛੱਡਦਾ ਨਹੀਂ। ਅਗਰ ਤੇਰੇ ਵਚਨ ਦੇ ਵਿੱਚ ਅਸੀਂ ਤੇਰੀ ਆਵਾਜ਼ ਸੁਣਨੀ ਹੋਏ ਤਾਂ ਪ੍ਰਭੂ ਜੀ ਤੂੰ ਉਹੀ ਆਵਾਜ਼ ਅਸੀਂ ਸੁਣਦੇ ਪਏ ਜੋ ਅਬਰਾਹਮ ਦੇ ਕੰਨਾਂ 'ਚ ਪਈ, ਔਰ ਉਹੀ ਆਵਾਜ਼ ਪ੍ਰਭੂ ਜੀ ਇਸਹਾਕ ਦੇ ਕੰਨਾਂ 'ਚ ਪਈ, ਤੂੰ ਉਸ ਨੂੰ ਬਰਕਤ ਦਿੱਤੀ। ਇਸੇ ਤਰ੍ਹਾਂ ਪ੍ਰਭੂ ਤੂੰ ਸਾਡੇ ਨਾਲ ਬਣਿਆ ਰਹਿਣਾ, ਤੂੰ ਸਾਡੇ ਕੰਨਾਂ ਨੂੰ ਖੋਲ, ਅਸੀਂ ਤੇਰੀ ਆਵਾਜ਼ ਨੂੰ ਸੁਣ ਸਕੀਏ, ਸਮਝ ਸਕੀਏ। ਔਰ ਪ੍ਰਭੂ ਜੀ ਅਸੀਂ ਵੀ ਥੋੜੇ ਜਿਹੇ ਦੇ ਲਈ ਵੱਡੇ ਨਾ ਕਿਤੇ ਗਵਾ ਦੇਈਏ, ਬਰਕਤ ਨਾ ਗਵਾ ਦੇ। ਪਿਆਰੇ ਪ੍ਰਭੂ ਸਾਰੇ ਸਮੇਂ ਨੂੰ ਮੈਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦਾ। ਤੂੰ ਸਾਡਾ ਮਹਾਨ ਪਰਮੇਸ਼ਵਰ ਆ, ਦਿਆਲੂ ਆ, ਕਿਰਪਾਲੂ, ਗੁੱਸਾ ਕਰਨ ਦੀ ਠੰਡ, ਤੂੰ ਸ਼ਾਂਤੀ, ਆਰਾਮ, ਪਿਆਰ ਦਾ ਪਰਮੇਸ਼ਵਰ। ਸੋ ਪ੍ਰਭੂ ਜੀ ਇਹ ਸਭ ਚੀਜ਼ਾਂ ਸਾਡੇ ਨਾਲ, ਅਸੀਂ ਆਪਣੇ ਬੱਚਿਆਂ ਨੂੰ ਤੇਰੀ ਹਜ਼ੂਰੀ 'ਚ ਲੈ ਕੇ ਆਉਂਦੇ ਹਾਂ ਪ੍ਰਭੂ ਜੀ, ਔਰ ਤੇਰੇ ਨਾਮ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਛੁਪਾਉਂਦੇ ਹਾਂ। ਪਿਆਰੇ ਪ੍ਰਭੂ ਇਸ ਵੇਲੇ ਮੈਂ ਖਾਸ ਦੁਆ ਪ੍ਰਭੂ ਜੀ ਆਪਣੇ ਭੈਣ ਭਰਾਵਾਂ ਦੇ ਲਈ ਕਰਦਾ ਜੋ ਇਸ ਵੇਲੇ ਕੋਵਿਡ ਦੇ ਵਿੱਚ ਵੀ ਗੁਜ਼ਰਦੇ ਪਏ ਆ, ਖਾਸ ਕਰਕੇ ਪਾਸਟਰ ਬੇਦੀ ਔਰ ਇਹਨਾਂ ਦਾ ਬਾਕੀ ਦਾ ਗਰੁੱਪ ਜੋ ਇਸ ਦੇ ਵਿੱਚ ਵੀ ਗੁਜ਼ਰਦਾ ਪਿਆ। ਪ੍ਰਭੂ ਜੀ ਤੂੰ ਆਪਣਾ ਹੱਥ ਦੇ ਨਾਲ ਛੂਹ ਤੰਦਰੁਸਤੀ ਦਾ। ਹਿੰਦੁਸਤਾਨ ਪ੍ਰਭੂ ਜੀ, ਇੰਡੀਆ 'ਚ ਜਿੱਥੋਂ ਅਸੀਂ ਆਏ ਹਾਂ ਖੁਦਾਵੰਦ, ਉਹ ਦੇਸ਼ ਦੇ ਲਈ ਦੁਆ ਕਰਦੇ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਬਹੁਤ ਸਾਰੇ ਮਦਦਗਾਰ ਘੱਲੇ, ਪਰ ਬਹੁਤ ਸਾਰਿਆਂ ਲੋਕਾਂ ਦੇ ਲਈ ਉਹ ਮਦਦ ਪ੍ਰਭੂ ਜੀ ਲੇਟ ਆ, ਉਹ ਜਾ ਚੁੱਕੇ। ਖੁਦਾਵੰਦ ਤੇਰਾ ਰਹਿਮ ਇਸ ਵੇਲੇ ਉੱਥੇ ਜਾਏ। ਤੂੰ ਆਪਣੇ ਲੋਕਾਂ ਤੋਂ ਬਹੁਤ ਕੰਮ ਲੈ ਰਿਹਾ ਉੱਥੇ ਪ੍ਰਭੂ ਜੀ, ਤੂੰ ਦੋਨਾਂ ਦੇ ਖਾਨਦਾਨ ਤੋਂ ਕੰਮ ਬਹੁਤ ਲੈ ਰਿਹਾ, ਤੂੰ ਇਸ਼ਮਾਇਲ ਦੇ ਖਾਨਦਾਨ 'ਚ ਤੋਂ ਵੀ ਬਹੁਤ ਕੰਮ ਲੈ ਰਿਹਾ, ਔਰ ਤੂੰ ਪ੍ਰਭੂ ਜੀ ਇਸ ਵੇਲੇ ਇਸਹਾਕ ਦੇ ਖਾਨਦਾਨ ਤੋਂ ਵੀ ਬਹੁਤ ਕੰਮ ਲੈ ਰਿਹਾ। ਔਰ ਇਸੇ ਤਰ੍ਹਾਂ ਪ੍ਰਭੂ ਜੀ ਤੂੰ ਤੇਰਾ ਰਹਿਮ ਪ੍ਰਭੂ ਜੀ ਉਹ ਦੇਖਦੇ ਪਏ, ਤੇਰਾ ਰਹਿਮ ਪ੍ਰਭੂ ਜੀ ਉੱਥੇ ਦਿਖਾਈ ਦਿੱਤਾ। ਸਾਨੂੰ ਵੀ ਆਪਣੇ ਭੈਣਾਂ ਭਰਾਵਾਂ ਦੇ ਲਈ ਪ੍ਰਭੂ ਜੀ ਤੂੰ ਖੜਾ ਕਰ, ਔਰ ਇਸ ਤੱਕ ਕਿ ਅਸੀਂ ਵੀ ਮਦਦ ਬਣ ਸਕੀਏ। ਇਸ ਸਾਰੇ ਸਮੇਂ ਨੂੰ ਪ੍ਰਭੂ ਜੀ ਤੇਰੇ ਹੱਥਾਂ 'ਚ ਦਿੰਦੇ। ਕੱਲ ਤੱਕ ਜਦ ਅਸੀਂ ਦੁਆਰਾ ਮਿਲੀਏ ਤੇਰੀ ਰਾਖੀ ਔਰ ਰਹਿਮ ਸਾਡੇ ਨਾਲ ਹੋਵੇ। ਮਸੀਹ ਯਿਸੂ ਦੇ ਮਿੱਠੇ ਔਰ ਪ੍ਰਭੂ ਪਿਆਰੇ ਨਾਮ ਦੇ ਵਿੱਚ ਮੰਗਦੇ ਸਾਰੇ ਭੈਣ ਭਰਾ। ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ ਤੁਹਾਡੇ ਸਭ ਦੇ ਨਾਲ।